ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂਹੀ ਤੂਹੀ, ਹਮ ਤੋ ਪ੍ਰਸਾਦ ਸੁਖੀ ਸਦਹੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਹੋਂ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮਹਿ, ਮੇਰਾ ਸਭੋ ਦੁੱਖ ਗਵਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ। ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ। ਆਪੇ ਕੁਦਰਤ ਕਰ ਕਰ ਦੇਖੈ, ਸੁਨਹੁ ਸੁਨ ਉਪਾਇਂਦਾ। ਪੌਣ ਪਾਣੀ ਸੁਨੈ ਤੇ ਸਾਜੇ, ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ। ਅਗਨ ਪਾਣੀ ਜਿਉ ਜੋਤ ਤੁਮਾਰੀ,
ਸੁਨੇ ਕਲਾ ਰਹਾਏਂਦਾ। ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ। ਸੁਨੇ ਵਰਤੇ ਜੁਗ ਸਵਾਏ। ਇਸ ਪਦ ਵਿਚਾਰੇ ਸੋ ਜਨ ਪੂਰਾ। ਤਿਸ ਮਿਲਿਐ ਭਰਮ ਚੁਕਾਏਂਦਾ। ਸੁਨੋ ਸਪਤ ਸਰੋਵਰ ਥਾਪੇ। ਜਿਨ ਸਾਜੇ ਵਿਚਾਰੇ ਆਪੇ। ਤਿਤ ਸਤ ਸਰ ਮਨੁਆ ਗੁਰਮੁਖ ਨਾਵੈ। ਫਿਰ ਬਹੁੜ ਜੋਨ ਨਾ ਪਾਏਂਦਾ। ਸੁਨੋ ਸਪਤ ਸਰੋਵਰ ਥਾਪੇ। ਜਿਨ ਸਾਜੇ ਵਿਚਾਰੇ ਆਪੇ। ਤਿਤ ਸਤ ਸਰ ਮਨੁਆ ਗੁਰਮੁਖ ਨਾਵੈ। ਫਿਰ ਬਹੁੜ ਜੋਨ ਨਾ ਪਾਏਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼੍ਰਵਣ ਕਰਦੀਆਂ ਆ ਰਹੀਆਂ ਹਨ। ਜੋ ਆਪ ਜੀ ਨੇ ਪਾਵਨ ਸ਼ਬਦ ਦੇ ਪਹਿਲੇ 4 ਬੰਦ ਆਪ ਜੀ ਨੇ ਸ਼੍ਰਵਣ ਕੀਤੇ ਹਨ। ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼੍ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਸੁਨ ਕਲਾ ਅਪਰੰਪਰ ਧਾਰੀ,
ਆਪ ਨਿਰਾਲਮ ਅਪਰ ਅਪਾਰੀ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 1037 ਤੋਂ ਪ੍ਰਾਰੰਭ ਹੁੰਦਾ ਹੈ ਤੇ 1038 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਅਫਰ ਪਰਮੇਸ਼ਰ ਦੀ ਗੱਲ ਕਰਦੇ ਨੇ ਕਿ ਕਿਵੇਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੇ ਇਹ ਸੰਸਾਰ ਦੀ ਸਿਰਜਣਾ ਕੀਤੀ, ਜੀਵ ਜੰਤੂ ਬਣਾਏ, ਪਵਨ ਪਾਣੀ ਹਵਾ ਆਕਾਸ਼ ਇਤਿਆਦਿਕ ਇਹ ਸਭ ਕੁਝ ਪੈਦਾ ਕੀਤਾ ਤੇ ਇਹਨਾਂ ਨੂੰ ਪੈਦਾ ਕਰਕੇ ਇਹਨਾਂ ਨੂੰ ਬਣਾ ਕੇ ਪਰਿਪੂਰਨ ਪਰਮਾਤਮਾ ਇਹਨਾਂ ਤੋਂ ਨਿਰਲੇਪ ਹੈ। ਸਾਰਿਆਂ ਦੇ ਵਿੱਚ ਆਪਣੀ ਕਲਾ ਆਪਣੀ ਸ਼ਕਤੀ ਪਾਈ ਹੋਈ ਹੈ, ਪਰ ਹੈ ਉਹ ਸਾਰਿਆਂ ਤੋਂ ਵੱਖਰਾ ਹੈ। ਤੇ ਸਤਿਗੁਰੂ ਕਹਿੰਦੇ ਨੇ ਸੁਨ ਕਲਾ ਅਪਰੰਪਰ ਧਾਰੀ। ਸੁਨ ਤੋਂ ਭਾਵ ਹੈ ਜਿਹੜਾ ਨਿਰੋਲ ਹੋਵੇ, ਜਿਹੜਾ ਅਫਰ ਅਵਸਥਾ ਜਿਹਨੂੰ ਆਪਾਂ ਕਹਿ ਦਈਏ, ਅਫਰ ਅਵਸਥਾ ਜਿੱਥੇ ਕਦੇ ਵੀ ਮਨ ਜਿਹੜਾ ਡੋਲਦਾ ਨਹੀਂ ਹੈ, ਜਿਹਦੇ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ ਡਿੱਗਾ ਨਾ ਡੋਲਾ ਮਨ ਕਾਹੇ ਤਨ ਕਾਹੇ ਕੋ ਡਲਾਏ, ਚਰਨ ਕਮਲ ਚਿਤ ਰਹਿਓ ਸਮਾਏ। ਉਹ ਅਵਸਥਾ ਭਗਤ ਕਬੀਰ ਸਾਹਿਬਾਨ ਜੀ ਨੂੰ ਪ੍ਰਾਪਤ ਹੋਈ ਜਦੋਂ ਭਗਤ ਜੀ ਨੂੰ ਸਵਾਲ ਕੀਤਾ ਕਿ ਭਗਤ ਜੀ ਤੁਹਾਨੂੰ ਗੰਗਾ ਵਿੱਚ ਸੁੱਟਿਆ ਗਿਆ ਜੰਜੀਰਾਂ ਨਾਲ ਬੰਨ੍ਹ ਕੇ, ਜਦੋਂ ਤੁਹਾਨੂੰ ਗੰਗਾ ਸੁੱਟਿਆ ਗਿਆ ਤੁਹਾਨੂੰ ਡਰ ਨਹੀਂ ਲੱਗਿਆ? ਭਗਤ ਕਬੀਰ ਸਾਹਿਬਾਨ ਜੀ ਕਹਿਣ ਲੱਗੇ ਕਿ ਮੇਰਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਖੁੱਭਿਆ ਹੋਇਆ ਸੀ, ਮੈਂ ਉਸ ਮਾਲਕ ਵਿੱਚ ਇੱਕਮਿਕ ਸੀ। ਜਦੋਂ ਮਨ ਮੇਰਾ ਇੱਥੇ ਹੈ ਹੀ ਨਹੀਂ ਸੀ ਤੇ ਮੈਨੂੰ ਤਨ ਦੀ ਪਰਵਾਹ ਹੀ ਨਹੀਂ ਸੀ। ਜਿਹਨੇ ਇਹ ਤਨ ਪੈਦਾ ਕੀਤਾ, ਜਿਹਨੇ ਇਹ ਦਾਤ ਮੈਨੂੰ ਦੇਣਾ ਕੀਤੀ ਸਰੀਰ ਦੀ, ਉਸ ਵਾਹਿਗੁਰੂ ਨੂੰ ਆਪਣੇ ਆਪ ਫਿਕਰ ਸੀ। ਕਹਿੰਦੇ ਖੇਡ ਕੈਸੀ ਬਣੀ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਕਿ ਜਦੋਂ ਮੈਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਨਦੀ ਵੀ ਸੁੱਟ ਦਿੱਤਾ ਗਿਆ, ਮੈਂ ਸੁਨ ਪਰਮੇਸ਼ਰ ਦੇ ਵਿੱਚ ਆਪਣੀ ਬਿਰਤੀ ਨੂੰ ਜੋੜ ਲਿਆ, ਪ੍ਰਭੂ ਦੇ ਗੁਣ ਗਾਇਨ ਕਰਨ ਲੱਗ ਪਿਆ ਤੇ ਪਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ, ਗੰਗਾ ਦੀ ਇੱਕ ਲਹਿਰ ਆਈ, ਜਿਸ ਲਹਿਰ ਦੇ ਰਾਹੀਂ ਜਿਹੜੀ ਮੇਰੀ ਜੰਜੀਰ ਸੀ ਨਾ ਉਹ ਟੁੱਟ ਗਈ। ਜੰਜੀਰ ਟੁੱਟੀ ਹੈ ਤੇ ਗੰਗਾ ਵਿੱਚ ਮੈਂ ਡੁੱਬਦਾ ਜਾ ਰਿਹਾ ਸੀ ਤੇ ਪਰਮਾਤਮਾ ਨੇ ਥੱਲੇ ਇੱਕ ਮ੍ਰਿਗਸ਼ਾਲਾ ਭੇਜ ਦਿੱਤੀ। ਮ੍ਰਿਗਸ਼ਾਲਾ ਉੱਤੇ ਬੈਠ ਕੇ ਮੈਂ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦਾ ਹੋਇਆ ਬਾਹਰ ਆ ਗਿਆ ਤੇ ਮੈਨੂੰ ਇਹ ਗੰਗਾ ਡੋਬ ਨਹੀਂ ਸਕੀ। ਤੇ ਗੁਰੂ ਸਵਾਰਿਓ, ਇਹ ਅਵਸਥਾ ਹੁੰਦੀ ਹੈ ਜਦੋਂ ਰੱਬ ਦੇ ਪਿਆਰੇ ਉਸ ਮਾਲਕ ਦੇ ਗੁਣ ਗਾ ਕੇ ਪ੍ਰਭੂ ਵਿੱਚ ਹੀ ਅਭੇਦ ਹੋ ਜਾਂਦੇ ਹਨ। ਫਿਰ ਪ੍ਰੇਮ ਵਿੱਚ ਭਿੱਜ ਕੇ ਭਗਤ ਕਬੀਰ ਜੀ ਨੇ ਆਖਿਆ ਕਿ ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ, ਰਾਮ ਰਤਨ ਤੋਂ ਪਾਈਐ ਜੋ ਪਹਿਲੇ ਤਜਹਿ ਸਰੀਰ। ਕਹਿੰਦੇ ਨਾਮ ਰੂਪੀ, ਕਹਿੰਦੇ ਕਬੀਰ ਦਾ ਅਰਥ ਹੈ ਪਰਮੇਸ਼ਰ, ਕਬੀਰ ਦਾ ਅਰਥ ਹੈ ਵੱਡਾ। ਕਹਿੰਦੇ ਪਰਮਾਤਮਾ ਤੂੰ ਵੱਡਾ ਹੈ, ਤੇਰਾ ਨਾਮ ਕਬੀਰ ਹੈ, ਤੂੰ ਵੱਡਾ ਸੰਦਾਤਾਂ ਦੇਣ ਵਾਲਾ ਹੈ। ਇਹ ਰਾਮ ਰਤਨ ਤੋਂ ਪਾਈ ਹੈ ਜੋ ਪਹਿਲੇ ਤਜੈ ਸਰੀਰ। ਸਰੀਰ ਤੋਂ ਤਜਣ ਤੋਂ ਭਾਵ ਕੀ ਹੈ ਕਿ ਸਰੀਰ ਦੀ ਹੰਗਤਾ ਮਮਤਾ ਨੂੰ ਛੱਡ ਦੇਣਾ, ਹੰਕਾਰ ਨੂੰ ਤਿਆਗ ਦੇਣਾ। ਹੰਕਾਰ ਨੂੰ ਤਿਆਗ ਕੇ ਮਨ ਵਿੱਚ ਨਿਮਰਤਾ ਧਾਰਨ ਕਰ ਲੈਣੀ, ਨਿਮਾਣੇ ਬਣ ਕੇ ਉਸ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਨਾ, ਪ੍ਰਭੂ ਦੀ ਸਿਫਤ ਸਲਾਹ ਕਰਨੀ।
ਤੇ ਸਤਿਗੁਰੂ ਭਗਤ ਜੀ ਕਹਿੰਦੇ ਫਿਰ ਕਹਿੰਦੇ ਉਸ ਹਰਮੰਤੀ ਜਿਹੜਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹਦੇ ਨਾਮ ਨੂੰ ਕਹਿੰਦੇ ਨਾਮ ਰੂਪੀ ਰਤਨ ਨੂੰ ਫਿਰ ਪਾਇਆ ਜਾ ਸਕਦਾ ਹੈ। ਜਦੋਂ ਤੱਕ ਸਾਡੇ ਅੰਦਰੋਂ ਹੰਗਤਾ ਨਹੀਂ ਜਾਂਦੀ, ਮਾਣ ਨਹੀਂ ਜਾਂਦਾ, ਉਦੋਂ ਤੱਕ ਸਾਨੂੰ ਪ੍ਰਭੂ ਦੀ, ਗੁਰੂ ਦੀ ਖੁਸ਼ੀ ਨਸੀਬ ਨਹੀਂ ਹੋ ਸਕਦੀ ਹੈ। ਕੁਦਰਤੀ ਤੌਰ 'ਤੇ ਗੁਰੂ ਸਵਾਰਿਓ, ਸਾਡੇ ਅੰਦਰ ਕਿਵੇਂ ਮਾਣ ਆਉਂਦਾ ਹੈ? ਆਪਾਂ 4 ਦਿਨ ਗੁਰੂ ਘਰ ਦੀ ਸੇਵਾ ਕਰ ਲਈਏ, ਝਾੜੂ ਪੋਚਾ ਲਾ ਲਈਏ, 4 ਦਿਨ ਬਾਣੀ ਪੜ੍ਹ ਲਈਏ, 4 ਦਿਨ ਸੰਗਤ ਕਰ ਲਈਏ, ਤੇ ਕਹਿੰਦੇ ਨੇ ਆਪਾਂ ਬਹੁਤ ਵੱਡੇ ਹਾਂ, ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਮੁਬਾਰਕ ਹੈ। ਗੁਰੂ ਸਾਹਿਬ, ਗੁਰੂ ਪਾਤਸ਼ਾਹ ਨੇ ਆਖਿਆ ਏ ਕਿ ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਸਤਿਗੁਰੂ ਕਹਿੰਦੇ ਨੇ ਚਾ ਲਾਗੇ ਉੱਠ ਨਾਮ ਜਪ ਨਿਸਬਾਸਰ ਆਰਾਧ, ਕਾਰਾ ਤੁਜੈ ਨ ਵਿਆਪਈ ਨਾਨਕ ਮਿਟੈ ਉਪਾਦ। ਤੇ ਸਤਿਗੁਰੂ ਜੀ ਪ੍ਰਤੱਖ ਤੌਰ 'ਤੇ ਕਹਿ ਰਹੇ ਨੇ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ, ਨਾਮ ਜਪਣਾ ਅੰਮ੍ਰਿਤ ਵੇਲੇ ਉੱਠ ਕੇ। ਉੱਠਦੇ ਨੇ ਮੁਬਾਰਕ ਜਿਹੜੇ ਉੱਠਦੇ, ਉਹਨਾਂ ਉੱਤੇ ਗੁਰੂ ਦੀ ਕਿਰਪਾ ਰਹਿਮਤ ਹੈ, ਪਰ ਆਪਣਾ ਆਪ ਜਣਾਉਂਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਕਰਨਾ ਕੀ? ਮਾਲਕ ਦੀ ਸਿਫਤ ਸਲਾਹ ਕਰਨੀ ਹੈ, ਆਪਣਾ ਆਪ ਨਹੀਂ ਜਨਾਣਾ। ਪਰ ਆਪਾਂ ਆਪਣਾ ਆਪ ਜਨਾਉਣ ਲੱਗ ਪੈਂਦੇ ਨੇ, ਤੇ ਕੋਈ ਪੁੱਛਦਾ ਵੀ ਨਹੀਂ ਹੁੰਦਾ, ਤੇ ਆਪ ਹੀ ਕਹਿੰਦੇ ਨੇ ਕਿ ਗੱਲ ਚੱਲਦੀ ਹੈ ਕਿ ਮੈਂ ਗੁਰੂ ਪਾਤਸ਼ਾਹ ਕਿਰਪਾ ਕਰਦੇ, ਮੈਂ ਤਾਂ ਇੰਨੇ ਵੀ ਉੱਠ ਜਾਂਦਾ ਜੀ, ਮੈਂ 1:30 ਵਜੇ ਉੱਠ ਕੇ ਚੌਂਕੜਾ ਮਾਰ ਕੇ ਬੈਠ ਜਾਂਦਾ, ਮੈਂ 2 ਵਜੇ ਉੱਠਦਾ, ਮੈਂ 3 ਵਜੇ ਉੱਠਦਾ ਹਾਂ। ਪੁੱਛਦਾ ਕੋਈ ਨਹੀਂ ਹੁੰਦਾ, ਤੇ ਆਪਣੀ ਸਿਫਤ ਆਪਣੇ ਮੁੱਖੋਂ ਆਪ ਹੀ ਕਰੀ ਜਾ ਰਿਹਾ। ਤੇ ਇਸ ਕਰਕੇ ਗੁਰੂ ਸਵਾਰਿਓ, ਮਾਣ ਨਹੀਂ ਕਰਨਾ, ਨਿਮਾਣੇ ਬਣ ਕੇ ਸਾਨੂੰ ਸਭ ਕੁਝ ਗੁਰੂ ਦੇ ਦਰ ਤੋਂ ਪ੍ਰਾਪਤ ਹੋਣਾ ਹੈ। ਪਰਮੇਸ਼ਰ ਦੀ ਉਸਤਤ ਕਰਨੀ, ਵਡਿਆਈ ਕਰਨੀ। ਵਡਿਆਈ ਕਰਨ ਤੋਂ ਭਾਵ ਇਹ ਹੈ ਕਿ ਉਸ ਮਾਲਕ ਦੇ ਵਿੱਚ ਹੀ ਅਭੇਦ ਹੋਣਾ, ਲੀਨ ਹੋਣਾ। ਲੀਨ ਆਪਾਂ ਤਾਂ ਹੋਵਾਂਗੇ ਜਦੋਂ ਅਸੀਂ ਆਪਣਾ ਆਪ ਨਹੀਂ ਜਣਾਵਾਂਗੇ, ਤੇ ਉਸ ਮਾਲਕ ਵਾਹਿਗੁਰੂ ਦੀ ਉਸਤਤ ਕਿਵੇਂ ਕਰਨੀ ਹੈ? ਤੇ ਸਤਿਗੁਰੂ ਕਹਿੰਦੇ ਨੇ ਉਸਤਤ ਮਨ ਮੈਂ ਕਾ ਨਿਰੰਕਾਰ, ਕਰ ਮਨ ਮੇਰੇ ਸਤ ਬਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸੈ ਸਭ ਸੰਗ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹ ਨਾਨਕ ਉਜਲ ਮਥਾ। ਗੁਰੂ ਪਾਤਸ਼ਾਹ ਨੇ ਦੱਸ ਦਿੱਤਾ ਕਿ ਇਹ ਕਰਮ ਕਰਨ ਦੇ ਨਾਲ ਇਹ ਜੀਵ ਤੇਰਾ ਮਾਲਕ ਦੀ ਦਰਗਾਹ ਦੇ ਵਿੱਚ ਮੁੱਖ ਉਜਲਾ ਹੋਵੇਗਾ। ਜੋ ਤੂੰ ਨੇਤਰਾਂ ਨਾਲ ਆਪਣੇ ਗੁਰੂ ਦੇ ਦੀਦਾਰ ਕਰੇਗਾ, ਕੰਨਾਂ ਦੇ ਨਾਲ ਹਰੀ ਦੀ ਸਿਫਤ ਸਲਾਹ ਸੁਣੇਗਾ, ਕਹਿੰਦੇ ਫਿਰ ਤੇਰਾ ਮਾਲਕ ਦੀ ਦਰਗਾਹ ਵਿਖੇ ਮੁੱਖ ਉਜਲਾ ਹੋਵੇਗਾ, ਵਡਿਆਈ ਤੈਨੂੰ ਮਿਲੇਗੀ, ਮਾਣ ਸਨਮਾਨ ਮਿਲੇਗਾ। ਇਸ ਕਰਕੇ ਸਤਿਗੁਰੂ ਇੱਥੇ ਬਚਨ ਕਰਦੇ, ਜਦੋਂ ਅਸੀਂ ਆਪਣਾ ਆਪ ਤਿਆਗ ਦਿਆਂਗੇ, ਨਿਮਾਣੇ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰਾਂਗੇ, ਫਿਰ ਉਹ ਸਮਾਂ ਆਵੇਗਾ ਜਿਹਨੂੰ ਫਿਰ ਉਸ ਅਵਸਥਾ ਦੇ ਵਿੱਚ ਜੀ ਪਹੁੰਚ ਜਾਵੇਗਾ ਜਿਹਨੂੰ ਗੁਰੂ ਸਾਹਿਬ ਸੁੰਨ ਅਵਸਥਾ ਆਖਿਆ ਜਾਂਦਾ, ਅਫਰ ਅਵਸਥਾ ਆਖਿਆ ਜਾਂਦਾ ਹੈ। ਜਦੋਂ ਅਫਰ ਅਵਸਥਾ ਵਿੱਚ ਪਹੁੰਚ ਗਏ ਤੇ ਉੱਥੇ ਫਿਰ ਮਨ ਨੂੰ ਪਰਮੇਸ਼ਰ ਨਾਲ ਆਪਾਂ ਬਿਲਕੁਲ ਇੱਕਮਿਕ ਹੋ ਗਏ, ਉਸ ਵਾਹਿਗੁਰੂ ਵਿੱਚ ਹੀ ਭੇਦ ਹੋ ਗਏ। ਤੇ ਸਤਿਗੁਰੂ ਕਹਿ ਰਹੇ ਨੇ ਕਿ ਸੁਨ ਕਲਾ ਅਪਰੰਪਰ ਧਾਰੀ। ਅਪਰੰਪਰ ਜੋ ਪਰੇ ਤੋਂ ਪਰੇ ਹੈ, ਉਸ ਵਾਹਿਗੁਰੂ ਨੇ ਕਹਿੰਦੇ ਇਹ ਕਲਾ ਵਰਤਾਣਾ ਕੀਤੀ ਅਫਰ ਅਵਸਥਾ ਦੀ। ਤੇ ਕਿਵੇਂ ਸਾਰੇ ਜੀਵ ਪੈਦਾ ਕਰਕੇ ਹਰ ਇੱਕ ਜੀਵ ਦੇ ਵਿੱਚ ਆਪਣੀ ਜੋਤ ਜਗਾਈ ਹੈ, ਤੇ ਜੋਤ ਜਗਾ ਕੇ ਪਰ ਆਪ ਨਿਰਾਲਮ ਅਪਰ ਅਪਾਰੀ। ਸਾਰਿਆਂ ਵਿੱਚ ਜੋਤ ਜਗਾਈ ਹੈ, ਹਰ ਇੱਕ ਵਿੱਚ ਉਹ ਵਾਹਿਗੁਰੂ ਹੈ, ਪਰ ਗੁਰੂ ਸਵਾਰੇ ਪਾਤਸ਼ਾਹ ਕਹਿੰਦੇ ਅਪਰ ਅਪਾਰੀ, ਉਹ ਪਰੇ ਤੋਂ ਪਰੇ ਹੈ, ਫਿਰ ਵੀ ਉਹਨਾਂ ਤੋਂ ਪਰੇ ਹੈ। ਜਿਵੇਂ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਨੇਰੈ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ।
ਨਾ ਉਹ ਨੇੜੇ ਹੈ ਨਾ ਦੂਰ ਹੈ। ਕਿੱਥੇ ਰਹਿੰਦਾ ਏ? ਸਭ ਤੋਂ ਨੇੜੇ। ਜਿਵੇਂ ਪਤੀ ਪਤਨੀ ਦਾ ਰਿਸ਼ਤਾ ਹੈ, ਮਾਤਾ ਪਿਤਾ ਦਾ ਰਿਸ਼ਤਾ ਹੈ, ਪਰ ਬੱਚਿਆਂ ਦਾ ਰਿਸ਼ਤਾ, ਇਹ ਆਪਾਂ ਕਹਿੰਦੇ ਸਾਡੇ ਨਿਕਟਵਰਤੀ ਨੇ, ਸਾਡਾ ਪਰਿਵਾਰ ਹੈ। ਪਰ ਸਭ ਤੋਂ ਨੇੜੇ ਜੀਵ ਦੇ ਕੀ ਹੈ? ਜੀਵ ਦੀ ਜਿੰਦ, ਆਤਮਾ, ਅੰਤःਕਰਨ। ਅੰਤःਕਰਨ ਦੇ ਵਿੱਚ ਹੀ ਪਰਮਾਤਮਾ ਹੈ ਅਤੇ ਅੰਤःਕਰਨ ਦੇ ਵਿੱਚ ਹੀ ਜੀਵ ਹੈ। ਬਸ ਐਸੀ ਖੇਡ ਵਰਤੀ ਹੋਈ ਹੈ, ਕੋਲ ਬੈਠਿਆਂ ਹੋਇਆਂ ਨੂੰ ਹੀ ਜੀਵ ਨੂੰ ਪਰਮਾਤਮਾ ਵਾਹਿਗੁਰੂ ਦਿਖਾਈ ਨਹੀਂ ਦੇ ਰਿਹਾ। ਜਿਨ੍ਹਾਂ ਨੇ ਗੁਰੂ ਸਵਾਰਿਓ ਦੇਖਣਾ ਕੀਤਾ ਨਾ ਪਰਮਾਤਮਾ ਨੂੰ ਆਪਣੇ ਅੰਤःਕਰਨ ਦੇ ਵਿੱਚ, ਉਹਨਾਂ ਨੇ ਫਿਰ ਦੁਨੀਆ ਦੇ ਲੋਕਾਂ ਨੂੰ ਮੈਸੇਜ ਦੇਣਾ ਕੀਤਾ, ਸੁਨੇਹਾ ਦਿੱਤਾ। ਸੁਨੇਹਾ ਕੀ ਦਿੱਤਾ ਹੈ? ਕਿ ਜਿਹੜਾ ਪਰਮਾਤਮਾ ਉਹ ਸਾਰੀਆਂ ਥਾਵਾਂ 'ਤੇ ਹੈ। ਉਹਨਾਂ ਨੂੰ ਕਣ ਕਣ ਦੇ ਵਿੱਚ ਉਹ ਵਾਹਿਗੁਰੂ ਦਿਖਾਈ ਦਿੰਦਾ ਏ। ਭਾਈ ਨੰਦ ਲਾਲ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਦੀ ਸਿਫਤ ਵਿੱਚ ਬਚਨ ਕਰਦੇ ਨੇ, ਅਵਸਥਾ ਬਣ ਚੁੱਕੀ ਹੈ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਸਿਫਤ ਲਿਖਦੇ ਨੇ ਆਪਣੀ ਕਲਮ ਦੇ ਨਾਲ। ਲਿਖਦੇ ਲਿਖਦੇ ਗੁਰੂ ਸਵਾਰਿਓ ਫਿਰ ਸਤਿਗੁਰੂ ਵਿੱਚ ਅਭੇਦ ਹੋ ਗਏ, ਲੀਨ ਹੋ ਗਏ। ਤੇ ਕੱਲ ਪੁੱਛਣਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਕਿੰਨਾ ਕੁ ਨੇੜੇ ਜਾਣਦੇ ਹੋ? ਇਹ ਸਵਾਲ ਭਾਈ ਸਾਹਿਬ ਨੂੰ ਕੀਤਾ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਿੰਨਾ ਕੁ ਨੇੜੇ ਜਾਣਦੇ ਹੋ? ਤੇ ਭਾਈ ਸਾਹਿਬ ਨੇ ਵਚਨ ਉੱਤਰ ਦੇਣਾ ਕੀਤਾ। ਕਹਿਣ ਲੱਗੇ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੈਂ ਕੀ ਦੱਸਾਂ, ਕਿੱਥੇ ਕਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਦਿਖਾਈ ਦਿੰਦਾ ਹੈ। ਫਿਰ ਬਚਨ ਉਚਾਰਿਆ, ਕਹਿਣ ਲੱਗੇ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਕਿ ਜਿੰਨੀਆਂ ਵੀ ਰੂਹਾਂ, ਜਿੰਨੇ ਵੀ ਜਿਸਮ ਨੇ, ਹਰ ਇੱਕ ਜਿਸਮ ਦੇ ਵਿੱਚ, ਹਰ ਇੱਕ ਸਰੀਰ ਦੇ ਵਿੱਚ, ਹਰ ਇੱਕ ਰੂਹ ਦੇ ਵਿੱਚ ਮੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖਾਈ ਦਿੰਦਾ ਹੈ। ਹਰ ਇੱਕ ਜਿੰਨਾ ਵੀ ਸੰਸਾਰ ਦਾ ਨੂਰ ਬਣਿਆ ਹੈ, ਕੁਦਰਤ ਹੈ, ਬਨਸਪਤੀ ਹੈ, ਜੋ ਆਪਾਂ ਦੇਖ ਰਹੇ ਹਾਂ, ਹਰ ਨੂਰ ਵਿੱਚ, ਹਰ ਚਸ਼ਮੇ ਦੇ ਵਿੱਚ ਮੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖਾਈ ਦਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾਂ ਹੋਰ ਦੂਜਾ ਕੋਈ ਹੈ ਹੀ ਨਹੀਂ ਹੈ। ਇਹ ਆ ਔਫਰ ਅਵਸਥਾ ਗੁਰੂ ਸਵਾਰਿਓ। ਜਿੱਥੇ ਜਦੋਂ ਜੀਵ ਇਸ ਮੰਜ਼ਿਲ ਤੱਕ ਪਹੁੰਚ ਜਾਂਦਾ ਨਾ, ਫਿਰ ਜੀਵ ਦਾ ਮਨ ਨਹੀਂ ਕਦੇ ਡੋਲਦਾ ਤੇ ਸਾਰੀਆਂ ਥਾਵਾਂ 'ਤੇ ਇੱਕ ਪਰਮਾਤਮਾ ਨੂੰ, ਵਾਹਿਗੁਰੂ ਨੂੰ ਹੀ ਉਹ ਦੇਖਦਾ ਹੈ। ਤੇ ਸਤਿਗੁਰੂ ਇੱਥੇ ਬਚਨ ਕਰਦੇ, ਕਹਿੰਦੇ ਦੇਖੋ ਭਾਈ, ਪਰਮਾਤਮਾ ਨੇ ਆਪ ਨਿਰਾਂ ਸਾਰਿਆਂ ਨੂੰ ਪੈਦਾ ਕਰਕੇ ਸੁਨ ਅਵਸਥਾ ਕਲਾ, ਕਹਿੰਦੇ ਆਪਣੀ ਕਲਾ ਸਾਰਿਆਂ ਵਿੱਚ ਵਰਤਾਈ ਹੈ। ਫਿਰ ਆਪ ਨਿਰਾਲਮ, ਸਾਰਿਆਂ ਤੋਂ ਕਹਿੰਦੇ ਵੱਖਰਾ ਵੀ ਹੈ। ਅਪਰ ਅਪਾਰੀ, ਪਰੇ ਤੋਂ ਪਰੇ ਹੈ, ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਆਪੇ ਕੁਦਰਤ ਕਰ ਕਰ ਦੇਖੈ, ਸੁਨੋ ਸੁਨ ਉਪਾਏ ਦਾ। ਜੋ ਆਪਾਂ ਸੰਸਾਰ ਦੇਖ ਰਹੇ ਹਾਂ, ਇਹ ਪਰਮਾਤਮਾ ਦੀ ਕੁਦਰਤ ਹੈ। ਵਾਹਿਗੁਰੂ ਦੀ ਕੁਦਰਤ ਬਾਅਦ ਵਾਹਿਗੁਰੂ ਆਪ ਹੀ ਜਾਣਦਾ ਹੈ। ਤੇ ਸਤਿਗੁਰੂ ਬਚਨ ਕਰਦੇ ਹਨ ਕਿ ਆਪੇ ਕੁਦਰਤ ਕਰ ਕਰ ਦੇਖੈ। ਆਪ ਹੀ ਵਾਹਿਗੁਰੂ ਕੁਦਰਤ ਪੈਦਾ ਕਰਕੇ ਸੰਸਾਰ ਨੂੰ ਬਣਾ ਕੇ ਆਪ ਹੀ ਗੁਰੂ ਸਵਾਰ ਦੇਖ ਰਿਹਾ, ਸਾਰਿਆਂ ਨੂੰ, ਹਰ ਇੱਕ ਜੀਵ ਜੰਤੂ ਨੂੰ ਦੇਖ ਰਿਹਾ ਹੈ। ਸੁਨੋ ਸੁਨ ਉਪਾਏ ਦਾ, ਅਫਰ ਅਵਸਥਾ ਦੇ ਰਾਹੀਂ ਹੀ, ਅਫਰ ਦੇ ਰਾਹੀਂ ਹੀ ਕਹਿੰਦੇ ਜੀਵਾਂ ਨੂੰ ਪੈਦਾ ਕਰਕੇ ਤੇ ਆਪ ਪਰਮਾਤਮਾ ਸਾਰਿਆਂ ਤੋਂ ਨਿਰੋਲ ਹੈ, ਸਾਰਿਆਂ ਤੋਂ ਵੱਖਰਾ ਹੈ। ਕੁਦਰਤ ਵਿੱਚ ਵੀ ਉਹ ਜਿੰਨੀ ਕੁਦਰਤ ਕਾਇਨਾਤ ਹੈ, ਸਾਰੀਆਂ ਵਿੱਚ ਉਹ ਵਾਹਿਗੁਰੂ ਦਾ ਵਾਸਾ ਹੈ, ਪਰ ਉਹ ਵਾਹਿਗੁਰੂ ਹੈ ਸਭ ਤੋਂ ਵੱਖਰਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ,
सहस ताव नैन, नन नैन है तोहे को, सहस मूरत नाना एक तोही, सहस पाद बेमन नन एक पाद, गंध बिन सहस ताव गंध इव चलत मोही। सब मैं जोत, जोत है सोए, तिसदा चानण सब मैं चानण होए। इंज गुरु सवारे ਉਹ परमात्मा ਦੀ ਜੋਤ ਸਾਰਿਆਂ ਥੰਮ ਤੇ ਸਮਾਈ ਹੋਈ ਹੈ। ਕੁਦਰਤ ਬਣਾ ਕੇ ਤੇ ਕੁਦਰਤ ਵਿੱਚ, ਕੁਦਰਤ ਦੇ ਕਣ ਕਣ ਵਿੱਚ ਵਾਹਿਗੁਰੂ ਆਪ ਸਮਾ ਗਿਆ। ਇਸ ਤਰ੍ਹਾਂ ਉਸ ਮਾਲਕ ਨੇ ਇਹ ਖੇਡ ਵਰਤਾਈ ਹੋਈ ਹੈ। ਪੌਣ ਪਾਣੀ ਸੁਨੈ ਤੇ ਸਾਜੇ, ਸਿਸ਼ਟ ਉਪਾਏ ਕਾਇਆ ਗੜ ਰਾਜੇ। ਸਤਿਗੁਰੂ ਜੀ ਉਸ ਪਰਮਾਤਮਾ ਨੇ ਕੀ ਪੈਦਾ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਪੌਣ ਪਾਣੀ, ਪੌਣ ਹਵਾ, ਪਾਣੀ ਜਲ, ਕਹਿੰਦੇ ਇਹ ਸੁੰਨੇ ਤੈ ਸਾਜੇ। ਸੁੰਨ ਅਵਸਥਾ ਦੇ ਵਿੱਚ, ਅਫਰ ਅਵਸਥਾ ਦੇ ਵਿੱਚੋਂ ਹੀ ਨਿਰੋਲ ਪਰਮਾਤਮਾ ਨੇ ਆਪਣੇ ਆਪ ਤੋਂ ਸਾਜਣਾ ਕੀਤੇ ਨੇ। ਸ੍ਰਿਸ਼ਟ ਉਪਾਏ, ਤੇ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕਰ, ਸੰਸਾਰ ਆਪਾਂ ਦੇਖਦੇ ਹਾਂ। ਕਾਇਆ ਗੜ ਸਾਜੇ, ਸਰੀਰ ਇਸ ਸ੍ਰਿਸ਼ਟੀ ਦੇ ਵਿੱਚ, ਤੇ ਵਾਹਿਗੁਰੂ ਨੇ ਜਿੰਨੇ ਵੀ ਸਰੀਰ ਬਣਾਉਣਾ ਕੀਤੇ, ਇਹ ਇੱਕ ਤਰ੍ਹਾਂ ਗੜ, ਗੜ ਦਾ ਅਰਥ ਹੈ ਕਿਲਾ, ਕਿਲਿਆਂ ਦੀ ਨਿਆਈ ਹੈ। ਕਿਲਿਆਂ ਦੀ ਨਿਆਈ ਇਹਨਾਂ ਸਰੀਰਾਂ ਨੂੰ ਸਿਰਜ ਕੇ ਤੇ ਇਹਨਾਂ ਦੇ ਵਿੱਚ ਗੁਰੂ ਸਰ ਜਿੱਥੇ ਜੀਵ ਨੂੰ ਬਿਠਾਇਆ ਤੇ ਉੱਥੇ ਪਰਮਾਤਮਾ ਵਾਹਿਗੁਰੂ ਆਪ ਬਿਰਾਜਮਾਨ ਹੋ ਗਿਆ। ਬਸ ਆਪਾਂ ਟੱਕਰਾਂ ਬਾਹਰ ਮਾਰ ਰਹੇ ਹਾਂ ਤੇ ਅਸਲ ਵਿੱਚ ਉਹ ਪਰਮਾਤਮਾ ਸਾਡੇ ਅੰਦਰ ਹੈ। ਕਿਉਂਕਿ ਜਦੋਂ ਵੀ ਆਪਾਂ ਪੁਰਾਤਨ ਗੁਰਮੁਖਾਂ ਦਾ, ਮਹਾਂਪੁਰਖਾਂ ਦਾ ਇਤਿਹਾਸ ਪੜ੍ਹਦੇ ਹਾਂ ਜਾਂ ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ, ਜਿਸ ਨੇ ਵੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਨਾ, ਕਦੇ ਉਹ ਬਾਹਰ ਨਹੀਂ ਗਏ। ਉਹਨਾਂ ਨੇ ਆਪਣੇ ਅੰਤःਕਰਣ ਦੇ ਵਿੱਚੋਂ ਹੀ ਵਾਹਿਗੁਰੂ ਨੂੰ ਲੱਭਣਾ ਕੀਤਾ ਹੈ। ਦੁਨੀਆ ਦੇ ਲੋਕਾਂ ਨੂੰ ਫਿਰ ਮੈਸੇਜ ਦੇਣਾ ਕੀਤਾ ਕਿ ਭਾਈ ਜਿਹੜਾ ਰੱਬ ਹੈ, ਜਿਹਨੂੰ ਤੁਸੀਂ ਖੁਦਾ ਆਖਦੇ ਹੋ, ਵਾਹਿਗੁਰੂ ਆਖਦੇ ਹਨ, ਵੱਖਰੇ ਵੱਖਰੇ ਉਸ ਮਾਲਕ ਦੇ ਨਾਮ ਨੇ। ਮਾਲਕ ਇੱਕ ਹੈ, ਉਹ ਪਰਮਾਤਮਾ ਕਿਤੇ ਬਾਹਰ ਨਹੀਂ, ਉਹ ਸਾਰੀਆਂ ਥਾਵਾਂ 'ਤੇ ਹਰ ਇੱਕ ਜੀਵ ਦੇ ਅੰਦਰ ਹੈ। ਉਹ ਤੇਰੇ ਵਿੱਚ ਵੀ ਹੈ, ਉਹ ਮੇਰੇ ਵਿੱਚ ਵੀ ਹੈ, ਪਰ ਬਸ ਵੇਖਣ ਵਾਲੀ ਅੱਖ ਚਾਹੀਦੀ ਹੈ। ਜਿਹਨੇ ਅੰਤਰੀਵ ਨੇਤਰਾਂ ਦੇ ਰਾਹੀਂ ਗੁਰੂ ਸਰ ਦੇਖਣਾ ਕੀਤਾ ਨਾ, ਉਹਨਾਂ ਨੂੰ ਫਿਰ ਮਾਲਕ ਵਾਹਿਗੁਰੂ ਅੰਦਰੋਂ ਦਿਖਾਈ ਦਿੱਤਾ ਹੈ। ਕਿਉਂਕਿ ਅੰਤਰੀਵ ਨੇਤਰ ਜਿਹੜੇ ਸਾਡੇ ਬੰਦ ਪਏ ਨੇ, ਬਾਹਜ ਨੇਤਰਾਂ ਦੇ ਰਾਹੀਂ ਆਪਾਂ ਸਾਰੇ ਸੰਸਾਰ ਨੂੰ ਦੇਖਦੇ ਹਾਂ। ਬਾਹਜ ਨੇਤਰਾਂ ਦੇ ਰਾਹੀਂ ਇੱਕ ਦੂਜੇ ਦਾ ਰੂਪ ਰੰਗ ਆਪਾਂ ਦੇਖਦੇ ਹਾਂ ਤੇ ਕਹਿ ਦਿੰਦੇ ਕਿ ਫਲਾਣੇ ਦਾ ਰੰਗ ਕਾਲਾ ਹੈ ਜਾਂ ਗੋਰਾ ਹੈ, ਕਣਕ ਬੰਨਾ ਇਤਿਆਦਿਕ ਆਪਾਂ ਇਹ ਨਾਮ ਲੈਂਦੇ ਹਾਂ। ਰੰਗ ਦੇਖ ਕੇ ਉਹਦਾ ਨੈਣ, ਇਹਦਾ ਨੱਕ ਇਹੋ ਜਿਹਾ, ਕੰਨ ਇਹੋ ਜਿਹੇ ਨੇ, ਉਹਦਾ ਕੱਦ ਕਾਠ ਇੰਨਾ ਕੁ ਹੈ। ਅਤੇ ਇਸ ਤਰ੍ਹਾਂ ਆਪਣੇ ਬਾਹਜ ਨੇਤਰਾਂ ਨਾਲ ਦੇਖਿਆ ਅਤੇ ਦੱਸ ਦਿੱਤਾ। ਅਤੇ ਜਿਹਨਾਂ ਕੋਲ ਅੰਤਰੀਵ ਨੇਤਰ ਨੇ, ਅੰਤਰੀਵ ਨੇਤਰਾਂ ਦੇ ਨਾਲ ਗੁਰੂ ਸਰ ਉਹ ਆਪਣੇ ਅੰਦਰ ਦੀ ਬੁੱਝ ਲੈਂਦੇ ਨੇ, ਜਾਣ ਲੈਂਦੇ ਨੇ। ਦੇਖੋ ਗੁਰੂ ਪਾਤਸ਼ਾਹ ਮਹਾਰਾਜ ਨੇ ਆਉਣ ਵਾਲੇ ਸਮੇਂ ਦੇ ਜੋ ਭਵਿੱਖ ਬਚਨ ਵੀ ਕੀਤੇ, ਇਤਿਹਾਸ ਵਿੱਚ ਬਹੁਤ ਵਾਰੀ ਆਉਂਦਾ ਹੈ ਕਿ ਸਤਿਗੁਰੂ ਜੀ ਨੇ ਜੋ ਆਉਣ ਵਾਲਾ ਸਮਾਂ ਨਾ ਉਹਦੇ ਬਾਬਤ ਹੀ ਸਤਿਗੁਰੂ ਨੇ ਵਰਣਨ ਕਰ ਦਿੱਤਾ ਸੀ। ਉਹ ਵੀ ਸਮਾਂ ਸੀ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅਨੰਦਪੁਰ ਸਾਹਿਬ ਵਿਖੇ ਦੀਵਾਨ ਸਜੇ ਨੇ। ਕਹਿੰਦੇ ਨੇ ਇੱਕ ਸਿੱਖ ਚੱਲ ਕੇ ਆਇਆ ਜਿਹਨੇ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ, ਸਜਦਾ ਕੀਤਾ, ਅਤੇ ਚਾਰੇ ਸਾਹਿਬਜ਼ਾਦੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਕੋਲ। ਅਤੇ ਉਸ ਸਮੇਂ ਮਨ 'ਚ ਵਿਚਾਰ ਆਈ ਕਿ ਸਾਹਿਬਜ਼ਾਦਿਆਂ ਦਾ ਰਿਸ਼ਤਾ ਕੀਤਾ ਜਾਵੇ, ਸਾਹਿਬਜ਼ਾਦਿਆਂ ਦਾ ਰਿਸ਼ਤਾ ਕੀਤਾ ਜਾਵੇ। ਕਹਿੰਦੇ ਨੇ ਉਸ ਸਮੇਂ ਮਾਤਾ ਜੀ ਦੇ ਕੋਲ ਜਾ ਗਏ, ਮਾਤਾ ਗੁਜਰੀ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਗੁਰੂ ਕੇ ਸਾਹਿਬਜ਼ਾਦੇ, ਮੈਂ ਇਹਨਾਂ ਦਾ ਰਿਸ਼ਤਾ ਲੈ ਕੇ ਆਇਆ ਹਾਂ, ਤੁਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਮੇਰੇ ਵੱਲੋਂ ਬੇਨਤੀ ਕਰੋ।
ਮਾਤਾ ਜੀ ਗਏ ਨੇ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਸਾਰੀ ਗਾਥਾ ਦੱਸੀ ਹੈ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਸਣ ਤੋਂ ਉੱਠੇ ਨੇ। ਸਿੰਘਾਸਣ ਤੋਂ ਉੱਠ ਕੇ ਆਪਣੇ ਸਾਹਿਬਜ਼ਾਦੇ ਦੀ ਛਾਤੀਆਂ ਨਾਪਣ ਲੱਗ ਪਏ। ਸਤਿਗੁਰੂ ਮਹਾਰਾਜ ਛਾਤੀਆਂ ਨਾਪਣ ਲੱਗ ਪਏ ਤੇ ਗੋਡੇ ਗਿੱਟਿਆਂ ਤੇ ਸਤਿਗੁਰੂ ਹੱਥ ਲਾ ਕੇ ਦੇਖਦੇ ਨੇ। ਕਹਿਣ ਲੱਗੇ ਮਾਤਾ ਜੀ ਨੂੰ ਕਿ ਦੇਖੋ ਜੀ, ਸਾਹਿਬਜ਼ਾਦਿਆਂ ਨੇ ਤਾਂ ਕਹਿੰਦੇ ਮਾੜੀ ਲਾੜੀ ਮੌਤ ਨੂੰ ਵਿਆਹ ਕੇ ਲੈ ਕੇ ਜਾਣਾ ਏ, ਸੰਸਾਰ ਘਰ ਦੇ ਵਿੱਚ ਇਹਨਾਂ ਦੀ ਸ਼ਾਦੀ ਨਹੀਂ ਹੋਣੀ ਹੈ, ਮੌਤ ਨੂੰ ਲਾੜੀ ਬਣਾ ਕੇ ਲੈ ਕੇ ਜਾਣਗੇ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਸਮਾਂ ਆਵੇਗਾ ਇਹੋ ਜਿਹਾ, ਆਉਣ ਵਾਲੇ ਸਮੇਂ ਵਿੱਚ ਦੋਵਾਂ ਨੇ ਆਪਣੇ ਆਪ ਨੂੰ ਜਿਉਂਦਿਆਂ ਜੀ ਸਰਹੰਦ ਵਿੱਚ ਚੜਾ ਲੈਣਾ ਹੈ ਤੇ ਦੋਵਾਂ ਨੇ ਆਪਣੇ ਆਪ ਨੂੰ ਮੇਰੇ ਨੇਤਰਾਂ ਦੇ ਸਾਹਮਣੇ ਚਮਕੌਰ ਦੀ ਘੜੀ ਦੇ ਵਿੱਚ ਆਪਣੇ ਸੀਨਿਆਂ ਉੱਤੇ ਜਿਹੜੇ ਤੀਰ ਸਹਾਰਨੇ ਨੇ, ਤਲਵਾਰ ਦੇ ਵਾਰ ਸਹਾਰਨੇ ਹਨ, ਨੇਜੇ ਸਹਾਰਨੇ ਹਨ, ਤੇ ਇਸ ਕਰਕੇ ਉੱਥੇ ਲਾੜੀ ਮੌਤ ਨੂੰ ਇਹ ਵਿਆਹ ਕੇ ਲੈ ਕੇ ਜਾਣਗੇ। ਸੋ ਗੁਰੂ ਸਾਹਿਬ ਕਹਿਣ ਦਾ ਭਾਵ ਹੈ ਕਿ ਸਮਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਨਾ, ਗੁਰੂ ਪਾਤਸ਼ਾਹ ਜੀ ਹੋਏ ਨੇ, ਜਿਹੜੇ ਆਤਮ ਅਭਿਆਸੀ ਹੁੰਦੇ ਨੇ, ਉਹਨਾਂ ਨੂੰ ਫਿਰ ਆਉਣ ਵਾਲੇ ਸਮੇਂ ਦਾ ਪਤਾ ਲੱਗ ਜਾਂਦਾ ਕਿ ਆਉਣ ਵਾਲੇ ਸਮੇਂ 'ਚ ਆਹ ਸਮਾਂ ਹੋਵੇ, ਆਹ ਘਟਨਾ ਵਾਪਰੇਗੀ। ਪਰ ਉਹ ਉਪਾਅ ਨਹੀਂ ਕਰਦੇ ਬਚਾ ਲਈ, ਉਹ ਰਜਾ ਵਿੱਚ ਰਹਿੰਦੇ ਨੇ ਕਿ ਨਹੀਂ, ਇਹ ਰੱਬ ਦੀ ਰਜਾ, ਪਰਮਾਤਮਾ ਦਾ ਭਾਣਾ ਹੈ, ਤੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਮੰਨ ਲਿਆ ਜਾਵੇ ਸਾਨੂੰ ਕੋ ਪਤਾ ਲੱਗ ਸਾਡੇ ਉੱਤੇ ਇਹ ਦੁੱਖ ਦੀ ਘੜੀ ਆ ਰਹੀ ਹੈ, ਲਿਖਤ ਹੈ, ਸਾਨੂੰ ਪਤਾ ਲੱਗ ਗਿਆ, ਤੇ ਆਪਾਂ ਉਹਦਾ ਬਚਾਅ ਕਰਾਂਗੇ, ਉਪਾਅ ਲੱਭਾਂਗੇ, ਕੋਈ ਨਾ ਕੋਈ ਦਿਨ ਰਾਤ ਲੱਗੇ ਰਹਾਂਗੇ ਕਿ ਕੋਈ ਨਾ ਕੋਈ ਸਾਨੂੰ ਉਪਾਅ ਲੱਭ ਜਾਵੇ ਤਾਂ ਕਿ ਜਿਹੜਾ ਸਾਡੇ ਉੱਤੇ ਇਹ ਦੁੱਖ ਦਾ ਸਮਾਂ ਨਾ ਆਵੇ। ਤੇ ਸਾਡੇ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਇਹੀ ਫਰਕ ਹੈ। ਉਹ ਰੱਬ ਦੇ ਪਿਆਰੇ ਕਹਿੰਦੇ ਕੋਈ ਗੱਲ ਨਹੀਂ, ਇਹ ਸਮਾਂ ਆਉਣਾ, ਇਹ ਮਾਲਕ ਦੀ ਰਜਾ ਹੈ, ਪਰਮਾਤਮਾ ਦੀ ਰਜਾ ਹੈ, ਵਾਹਿਗੁਰੂ ਦੀ ਰਜਾ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਮਹਾਂਪੁਰਖ ਕਹਿੰਦੇ ਸੱਪ ਬੜੀ ਤੇਜ਼ੀ ਨਾਲ ਦੌੜਿਆ ਨਾ ਵੱਲ ਆ ਰਹੇ ਆ। ਸੱਪ ਨੇ ਆ ਕੇ ਡੰਗ ਮਾਰਨਾ ਕੀਤਾ, ਜੋ ਡੰਗ ਮਾਰਿਆ ਨਾ ਤੇ ਨਾਲ ਦੇ ਜਿਹੜੇ ਸਿੱਖ ਸਿੰਘ ਸੀ ਕਹਿਣ ਲੱਗੇ ਮਹਾਂਪੁਰਖੋ ਚਲੋ ਤੁਹਾਡੇ ਸਰੀਰ ਦਾ ਇਲਾਜ ਸੱਪ ਨੇ ਤੁਹਾਨੂੰ ਦੱਸਣਾ ਕੀਤਾ ਹੈ। ਤੇ ਮਹਾਂਪੁਰਖ ਕਹਿਣ ਲੱਗੇ ਕਿ ਭਾਈ ਇਹ ਕਾਲ ਆਇਆ ਏ, ਸੁਨੇਹਾ ਆ ਗਿਆ ਮਾਲਕ ਦੇ ਦਰ ਤੋਂ, ਕੋਈ ਇਲਾਜ ਨਹੀਂ, ਕੁਛ ਨਹੀਂ ਕਰਾਉਣਾ ਹੈ। ਤੇ ਮਹਾਂਪੁਰਖ ਚੜ੍ਹਾਈ ਕਰ ਗਏ ਸਨ, ਸਰੀਰ ਛੱਡ ਦਿੱਤਾ ਸੀ। ਸੋ ਕਹਿਣ ਦਾ ਭਾਵ ਹੈ ਗੁਰਮੁਖ ਪਿਆਰਿਆਂ ਨੂੰ, ਜਿਹੜੇ ਗੁਰਮੁਖ ਪਿਆਰੇ ਨੇ ਉਸ ਮਾਲਕ ਦੀ ਰਜਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ, ਕਦੇ ਵੀ ਭਾਣੇ ਤੋਂ ਉਲਟ ਨਹੀਂ ਚੱਲਦੇ ਹਨ। ਤੇ ਸਤਿਗੁਰੂ ਇੱਥੇ ਬਚਨ ਕਰਦੇ ਹਨ, ਕਹਿੰਦੇ ਪਰਮਾਤਮਾ ਨੇ ਹੀ ਸਭ ਕੁਝ ਸਜਣਾ ਕੀਤਾ, ਪੌਣ, ਹਵਾ, ਪਾਣੀ, ਜਲ, ਸੁੰਨੇ ਤੇ ਸਾਜੇ, ਨਰੋਲ ਕਹਿੰਦੇ ਪਰਮਾਤਮਾ ਤੋਂ ਹੀ, ਅਫਰ ਪਰਮਾਤਮਾ ਤੋਂ ਹੀ ਕਹਿੰਦੇ ਇਹ ਸਾਜੇ ਗਏ ਨੇ। ਸਿਸ਼ਟ ਉਪਾਏ ਕਾਇਆ ਗੜ ਰਾਜੇ, ਸ੍ਰਿਸ਼ਟੀ ਪੈਦਾ ਕਰ ਦਿੱਤੀ ਤੇ ਸ੍ਰਿਸ਼ਟੀ ਨੂੰ ਪੈਦਾ ਕਰਕੇ ਜਿਹੜੇ ਇਹ ਸਰੀਰ ਨੇ ਇਹ ਗੜ ਕਿਲਿਆਂ ਦੀ ਨਿਆਈ ਹਨ, ਇਸ ਤਰ੍ਹਾਂ ਨੂੰ ਬਣਾਉਣਾ ਕੀਤਾ ਹੈ। ਇਹਦੇ ਵਿੱਚ ਆਪ ਬਿਰਾਜਮਾਨ ਹੋਇਆ ਹੈ। ਅਗਨ ਪਾਣੀ ਜਿਉ ਜੋਤ ਤੁਮਾਰੀ, ਸੁੰਨੇ ਕਲਾ ਰਹਾਏ ਦਾ। ਅਗਨ ਪਾਣੀ, ਅੱਗ ਪਾਣੀ ਇਤਿਆਦਿਕ ਜੀਓ ਜਿੰਦ ਆਤਮ ਚ ਪਰਮਾਤਮਾ ਤੇਰੀ ਹੀ ਜੋਤ ਹੈ, ਤੇਰੀ ਹੀ ਜੋਤ ਬਿਰਾਜਮਾਨ ਹੈ। ਤੇ ਸੁੰਨੇ ਕਲਾ ਰਹਾਏ ਦਾ, ਤੂੰ ਹੈ ਅਫਰ ਅਵਸਥਾ ਵਾਲਾ, ਨਿਰੋਲ ਹੈ, ਪਰ ਸਾਰਿਆਂ ਦੇ ਵਿੱਚ ਤੇਰੀ ਹੀ ਕਲਾ ਵਰਤ ਰਹੀ ਹੈ, ਤੇਰੀ ਸ਼ਕਤੀ ਵਰਤ ਰਹੀ ਹੈ। ਤੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਸ ਮਾਲਕ ਦਾ ਹੀ ਗੁਰੂ ਸਰ ਸਾਰੀਆਂ ਥਾਵਾਂ ਤੇ, ਉਹ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ, ਉਹਦਾ ਹੀ ਜੋਰ, ਉਹਦੀ ਬਲ ਤਾਕਤ ਹੈ।
ਇਸ ਕਰਕੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ, ਕਹਿੰਦੇ ਪ੍ਰਮਾਤਮਾ ਆਪ ਹੀ ਕਹਿੰਦੇ ਉਹਨੇ ਆਪਣੀ ਕਲਾ ਵਰਤਾਈ ਹੋਈ ਹੈ। ਕਲਾ ਕੀ ਹੈ? ਸ਼ਕਤੀ, ਮਾਇਆ। ਮਾਇਆ ਤੋਂ ਇੱਕ ਤੋਂ ਬਹੁਤੇ ਰੂਪ ਪਰਮਾਤਮਾ ਮਾਇਆ ਦੇ ਰਾਹੀਂ ਹੋਏ ਨਾ। ਸੰਕਲਪ ਕੀਤਾ ਤੇ ਮਾਇਆ ਪੈਦਾ ਕਰ ਦਿੱਤੀ, ਤੇ ਮਾਇਆ ਦੀ ਡਿਊਟੀ ਲਾ ਦਿੱਤੀ ਕਿ ਆਹ ਕੰਮ ਤਾਂ ਕਰਨੇ ਨੇ, ਤੇ ਮਾਇਆ ਮਾਲਕ ਦੇ ਹੁਕਮ ਵਿੱਚ ਤੁਰੀ ਫਿਰਦੀ ਹੈ। ਮਾਇਆ ਦੇ ਮਾਲਕ ਦੇ ਹੁਕਮ ਵਿੱਚ ਤੁਰੀ ਫਿਰਦੀ ਹੈ, ਤੇ ਮਾਇਆ ਦੇ ਵਿੱਚ ਹੀ ਸਾਰਾ ਸੰਸਾਰ ਗਲਤਾਨ ਹੈ। ਤੇ ਜਿਹੜੇ ਰੱਬ ਦੇ ਪਿਆਰੇ ਨੇ, ਗੁਰਮੁਖ ਜਨ ਹਨ, ਉਹ ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਪਰਾਮ ਰਹਿੰਦੇ ਨੇ। ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਪਰਾਮ ਰਹਿੰਦੇ ਨੇ। ਉਹਨੂੰ ਪਤਾ ਹੈ ਕਿ ਜੋ ਸਾਡੇ ਕੋਲ ਸਾਨੂੰ ਪ੍ਰਾਪਤ ਹੋਇਆ ਹੈ, ਜੋ ਆਪਾਂ ਸੁੱਖ ਆਰਾਮ ਆਪਾਂ ਬਤੀਤ ਕਰ ਰਹੇ ਹਾਂ, ਅਸਲ ਵਿੱਚ ਇਹ ਮੇਰੇ ਨਹੀਂ, ਇਹ ਪਰਮਾਤਮਾ ਦਿੱਤੇ ਹੋਏ ਨੇ। ਸਾਨੂੰ ਵਰਤਣ ਲਈ ਵਾਹਿਗੁਰੂ ਨੇ ਦਿੱਤੇ ਨੇ, ਅਤੇ ਸਮੇਂ ਅਨੁਸਾਰ ਉਹਨਾਂ ਨੇ ਸਾਡੇ ਕੋਲ ਲੈ ਜਾਣੇ ਨੇ। ਅਤੇ ਉਹ ਸ਼ੁਕਰ ਕਰਦੇ ਨੇ ਹਰ ਸਮੇਂ, ਪਰਮਾਤਮਾ ਧੰਨਵਾਦ ਕਰਦੇ ਹਨ ਹਰ ਸਮੇਂ। ਇਸ ਕਰਕੇ ਇਹ ਜਿਹੜੀ ਕਲਾ ਹੈ ਵਾਹਿਗੁਰੂ ਦੀ ਹੀ ਕਹਿੰਦੇ ਕਲਾ ਹੈ, ਪਰਮਾਤਮਾ ਨੇ ਆਪ ਹੀ ਵਰਤਾਣਾ ਕੀਤੀ ਹੈ। ਕਹਿੰਦੇ ਉਸੇ ਹੀ ਅਫਰ ਪਰਮੇਸ਼ਰ ਤੋਂ ਕਹਿੰਦੇ ਇਹ ਪ੍ਰਾਪਤ ਹੋਈ ਹੈ, ਉਹ ਤੋਂ ਪੈਦਾ ਹੋਈ ਹੈ। ਉਹ ਵਾਹਿਗੁਰੂ ਦੀ ਇਹ ਸਾਰੀ ਖੇਡ ਹੈ। ਸੁਨੋ ਬ੍ਰਹਮਾ ਬਿਸ਼ਨ ਮਹੇਸ਼ ਉਪਾਏ, ਸੁਨੇ ਵਰਤੇ ਜੁਗ ਸਾਵਾਏ। ਉਸੇ ਹੀ ਅਫਰ ਤੋਂ, ਨਿਰੋਲ ਪਰਮੇਸ਼ਰ ਤੋਂ ਕਹਿੰਦੇ ਬ੍ਰਹਮਾ, ਵਿਸ਼ਨ, ਮਹੇਸ਼, ਸ਼ਿਵ ਜੀ, ਇਹ ਤਿੰਨੇ ਦੇਵਤੇ ਪੈਦਾ ਹੋਏ ਨੇ। ਇਹਨਾਂ ਨੂੰ ਵੀ ਪੈਦਾ ਕਰਨ ਵਾਲਾ ਪਰਮਾਤਮਾ। ਮਾਤਾ ਇਹ ਮਨ ਵਿੱਚ ਸੋਚਣਾ ਕਿ ਇਹ ਪਰਮਾਤਮਾ ਨੇ। ਪਰਮਾਤਮਾ ਵੱਖਰਾ ਹੈ, ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ, ਇਹਨਾਂ ਡਿਊਟੀਆਂ ਲਾਈਆਂ ਹੋਈਆਂ ਨੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਜੀ ਕਹਿੰਦੇ ਇਹ ਪਰਮਾਤਮਾ ਤੋਂ ਪੈਦਾ ਹੋਏ ਨੇ, ਇਹਨਾਂ ਨੂੰ ਕਾਰਜ ਸੌਂਪ ਦਿੱਤੇ ਗਏ। ਜਿਵੇਂ ਇੱਕ ਰਾਜਾ ਹੁਕਮ ਕਰਦਾ ਆਪਣੇ ਵਜ਼ੀਰਾਂ ਨੂੰ, ਇਹ ਭਾਈ ਤੁਸੀਂ ਆਹ ਕੰਮ ਕਰਨੇ, ਡਿਊਟੀ ਲਾ ਦਿੰਦਾ ਨਾ, ਅਤੇ ਉਹ ਨਿਭਾਉਂਦੇ ਨੇ। ਇੰਝ ਹੀ ਇਹ ਤਿੰਨ ਦੇਵਤੇ ਵੀ ਗੁਰੂ ਸਵਾਰਿਓ ਮਾਲਕ ਦੇ ਹੁਕਮ ਦੇ ਰਜਾ ਦੇ ਵਿੱਚ ਰਹਿ ਕੇ ਉਸ ਡਿਊਟੀ ਨੂੰ ਨਿਭਾ ਰਹੇ ਹਨ। ਇੱਥੋਂ ਤੱਕ ਪਰ ਦੁਨੀਆ ਦੇ ਲੋਕਾਂ ਨੇ ਇਹਨਾਂ ਨੂੰ ਹੀ ਪਰਮੇਸ਼ਰ ਮੰਨਣਾ ਕੀਤਾ ਹੈ। ਗੁਰਚਿੰਤਨ ਨਾਮੇ ਪੁਸਤਕ ਸੰਤ ਸਿੰਘ ਮਸਕੀਨ ਜੀ ਦੀ ਲਿਖੀ ਹੋਈ ਹੈ, ਪੰਥ ਰਤਨ ਜੀ। ਉਹਨਾਂ ਨੇ ਵਿੱਚ ਵਿਚਾਰ ਲਿਖਣਾ ਕੀਤੀ ਤਿੰਨਾਂ ਦੇਵਤਿਆਂ ਦੇ ਬਾਬਤ। ਕਹਿੰਦੇ ਨੇ ਬ੍ਰਹਮਾ ਜੀ ਨੇ ਇਹ ਖੋਜ ਕੀਤੀ ਕਿ ਪਰਮਾਤਮਾ ਨੇ ਸੰਸਾਰ ਕਿਵੇਂ ਬਣਾਇਆ, ਕਿਵੇਂ ਜੀਵ ਜੰਤੂ ਉਹ ਬਣਾਉਂਦਾ ਅਤੇ ਫਿਰ ਜੀਵ ਜੰਤੂ ਨੂੰ ਲੈਤਾ ਕਰਦਾ ਹੈ। ਕਹਿੰਦੇ ਬ੍ਰਹਮਾ ਜੀ ਫਿਰ ਬ੍ਰਹਮਾ ਭਾਲਣ ਸ਼ਿਸ਼ਟ ਗਿਆ, ਗੁਰਬਾਣੀ ਵੀ ਕਹਿੰਦੀ ਹੈ। ਕਹਿੰਦੇ ਇਸ ਤਰ੍ਹਾਂ ਉਹ ਖੋਜ ਕਰਦਾ ਰਿਹਾ, ਖੋਜ ਕਰਕੇ ਅਖੀਰ 'ਤੇ ਥੱਕ ਕੇ ਹਾਰ ਕੇ ਬੈਠ ਗਿਆ। ਫਿਰ ਉਹਨੇ ਕਹਿ ਦਿੱਤਾ ਕਿ ਉਸੇ ਹੀ ਬ੍ਰਹਮ ਤੋਂ ਹੀ ਸ੍ਰਿਸ਼ਟੀ ਪੈਦਾ ਹੋਈ ਹੈ। ਬ੍ਰਹਮ ਨਾਮ ਹੈ ਪਰਮੇਸ਼ਰ ਦਾ, ਅਤੇ ਦੁਨੀਆ ਦੇ ਲੋਕ ਬ੍ਰਹਮਾ ਨੂੰ ਪਰਮੇਸ਼ਰ ਮੰਨ ਕੇ ਬ੍ਰਹਮਾ ਦੀ ਪੂਜਾ ਕਰਨ ਲੱਗ। ਗੁਰਚਿੰਤਨ ਪੁਸਤਕ ਵਿੱਚ ਹੈ। ਕਹਿੰਦੇ ਸ਼ਿਵ ਵਿਸ਼ਨੂੰ ਜੀ ਨੇ ਇਸ ਗੱਲ ਦੀ ਵਿਚਾਰ ਕੀਤੀ ਕਿ ਜੀਵ ਪੈਦਾ ਹੋ ਰਹੇ ਨੇ ਅਤੇ ਜੀਵਾਂ ਦਾ ਰੋਜੀ ਰੋਟੀ ਦਾ ਪ੍ਰਬੰਧ ਹੋ ਰਿਹਾ, ਹਰ ਇੱਕ ਨੂੰ ਖੁਰਾਕ ਮਿਲ ਰਹੀ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਾ ਸਤਿਗੁਰ ਦੇ ਬਚਨ ਕਿ ਕਾਹੇ ਰੇ ਮਨ ਚਿੱਤ ਬਹਿ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਹਰ ਇੱਕ ਦਾ ਰਿਜਕ ਪਰਮਾਤਮਾ ਨੇ ਪੈਦਾ ਕੀਤਾ, ਚਾਹੇ ਪੱਥਰਾਂ ਵਿੱਚ ਕੀੜੇ ਪੈਦਾ ਨੇ, ਕੀੜਿਆਂ ਨੂੰ ਵੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ। ਵਿਸ਼ਨੂੰ ਜੀ ਨੇ ਇਸ ਗੱਲ ਦੀ ਖੋਜ ਕੀਤੀ ਕਿ ਇਹ ਰੋਜੀ ਰੋਟੀ ਜੀਵਾਂ ਨੂੰ ਕਿਵੇਂ ਮਿਲ ਰਹੀ ਹੈ, ਖੁਰਾਕ ਮੇਰੀ ਮਾਸਾਹਾਰੀ ਨੂੰ ਮਾਸ ਮਿਲ ਰਿਹਾ ਹੈ, ਸ਼ਾਕਾਹਾਰੀ ਨੂੰ ਸ਼ਾਕਾਹਾਰੀ ਭੋਜਨ ਮਿਲ ਰਿਹਾ ਹੈ। ਇਹ ਕੈਸੀ ਖੇਡ ਹੈ।
ਕਹਿੰਦੇ ਉਹ ਖੋਜ ਕਰਦੇ ਰਹੇ, ਖੋਜ ਕਰਕੇ ਦੁਨੀਆ ਦੇ ਲੋਕਾਂ ਨੂੰ ਮੈਸੇਜ ਦੇਣਾ ਕੀਤਾ ਕਿ ਇੱਕ ਪਰਮੇਸ਼ਰ ਹੈ, ਨਾਰਾਇਣ ਹੈ, ਜਿਹੜਾ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ। ਤੇ ਸੰਤ ਸਿੰਘ ਮਸਕੀਨ ਜੀ ਲਿਖਦੇ ਨੇ, ਕਹਿੰਦੇ ਦੁਨੀਆ ਦੇ ਲੋਕਾਂ ਨੇ ਫਿਰ ਵਿਸ਼ਨੂੰ ਜੀ ਨੂੰ ਭਗਵਾਨ ਮੰਨ ਕੇ, ਨਾਰਾਇਣ ਮੰਨ ਕੇ ਤੇ ਉਹਦੀ ਹੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਤੀਸਰਾ ਹੈ ਸ਼ਿਵ ਜੀ। ਸ਼ਿਵ ਜੀ ਨੇ ਗੁਰੂ ਸਵਾਰਿਓ ਇਹ ਭਾਲ ਕੀਤੀ ਕਿ ਜੀਵ ਪੈਦਾ ਹੁੰਦੇ ਨੇ, ਫਿਰ ਇਹ ਮਰ ਜਾਂਦੇ ਨੇ, ਜਿੰਦ ਨਿਕਲਦੀ ਹੈ, ਸਰੀਰ ਰਹਿ ਜਾਂਦੇ, ਸਰੀਰਾਂ ਨੂੰ ਚੁੱਕ ਕੇ ਜਾਂ ਦਫਨਾ ਦਿੱਤਾ ਜਾਂਦਾ ਜਾਂ ਸਾੜ ਦਿੱਤਾ ਜਾਂਦਾ ਹੈ। ਇਹ ਖੇਡ ਕੈਸੀ ਹੈ? ਕਦੇ ਬੜੀ ਭਾਲ ਕੀਤੀ, ਲੰਮੀਆਂ ਲੰਮੀਆਂ ਸਮਾਧੀਆਂ ਲਾ ਕੇ ਵੇਖ ਲਈਆਂ ਕਿ ਦੇਖੀ ਕੀ ਦਿਖਦਾ ਸਮਾਧੀ ਲਾ ਕੇ। ਤੇ ਅਖੀਰ ਤੇ ਗੁਰੂ ਸਵਾਰੇ ਦੇਖਿਆ, ਇਹ ਸਮਝ ਆਈ, ਇਹ ਸਿੱਟੇ ਤੇ ਪਹੁੰਚੇ ਨੇ ਕਿ ਸੰਸਾਰ ਅਸਲ ਵਿੱਚ ਰਾਖ ਦੀ ਢੇਰੀ ਹੈ। ਕਹਿੰਦੇ ਨੇ ਫਿਰ ਸ਼ਿਵ ਜੀ ਨੇ ਆਪਣੇ ਸਰੀਰ ਉੱਤੇ ਭਸਮ ਮਲ ਲਈ। ਭਸਮ ਮਲ ਕੇ ਤੇ ਦੁਨੀਆ ਦੇ ਲੋਕਾਂ ਨੂੰ ਇਹ ਮੈਸੇਜ ਦਿੱਤਾ ਕਿ ਦੁਨੀਆ ਜਿਹੜੀ ਹੈ ਫਾਨੀ ਹੈ, ਦੁਨੀਆ ਫਾਨੀ, ਤਹਿਕੀਕ ਦਿਲਦਾਨੀ, ਮਮ ਸਰਮੂਏ ਅਜਰਾਇਲ, ਗ੍ਰਿਫਤ ਹੈ ਦਿਲ ਹੇਚ ਨਾ ਦਾਨੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਦੁਨੀਆ ਫਾਨੀ ਹੈ, ਨਾਸ਼ਵੰਤ ਹੈ। ਕਹਿੰਦੇ ਮਮ ਸਰਮੂਏ ਅਜਰਾਇਲ, ਗ੍ਰਿਫਤ ਹੈ ਦਿਲ ਹੇਚ ਨਾ ਦਾਨੀ। ਕਹਿੰਦੇ ਮੇਰੇ ਜਿਹੜੇ ਕੇਸ ਨੇ ਨਾ, ਉਹ ਅਜਰਾਇਲ ਫਰਿਸ਼ਤੇ ਨੇ ਪਕੜੇ ਹੋਏ ਨੇ ਸਿਰ ਦੀ ਚੋਟੀ ਤੋਂ। ਤੇ ਡਰ ਪੈਦਾ ਹੋ ਰਿਹਾ ਕਿ ਕਦੋਂ ਹੁਕਮ ਆ ਜਾਣਾ ਤੇ ਸੰਸਾਰ ਤੋਂ ਕੂਚ ਕਰਨਾ ਪਵੇਗਾ। ਤੇ ਸ਼ਿਵ ਜੀ ਨੇ ਇਹ ਖੋਜ ਕੀਤੀ ਕਿ ਦੁਨੀਆ ਦੇ ਲੋਕ ਜਾਂਦੇ ਕਿੱਥੇ ਨੇ ਮਰਨ ਤੋਂ ਬਾਅਦ। ਫਿਰ ਉਹਨਾਂ ਦੁਨੀਆ ਦੇ ਲੋਕਾਂ ਨੂੰ ਮੈਸੇਜ ਦੇਣਾ ਕੀਤਾ ਕਿ ਭਾਈ ਸੰਸਾਰ ਫਾਨੀ ਹੈ, ਸੰਸਾਰ ਖਾਕ ਹੈ, ਰਾਖ ਦੀ ਢੇਰੀ ਹੈ, ਤੂਨੇ ਆਪਣੇ ਸਰੀਰ ਉੱਤੇ ਭਸਮ ਮਲ ਲਈ। ਤੇ ਦੁਨੀਆ ਦੇ ਲੋਕ ਸ਼ਿਵ ਜੀ ਨੂੰ ਹੀ ਪਰਮੇਸ਼ਰ ਮੰਨ ਕੇ ਉਸ ਦੀ ਪੂਜਾ ਕਰਨ ਲੱਗ ਪਏ। ਤੇ ਸਤਿਗੁਰੂ ਇੱਥੇ ਬਚਨ ਕਰਦੇ, ਕਹਿੰਦੇ ਇਹ ਜਿਹੜੇ ਦੇਵਤੇ ਨੇ, 3 ਦੇਵਤੇ ਨੇ। ਦੇਵਤੇ ਕਿਉਂ ਨੇ? ਕਿਉਂ ਦੈਵੀ ਗੁਣ ਇਹਨਾਂ ਦੇ ਅੰਦਰ ਉਤਪੰਨ ਹੋਏ, ਪੈਦਾ ਹੋਏ ਨੇ। ਦੈਵੀ ਗੁਣ, ਦੈਵੀ ਸ਼ਕਤੀਆਂ। ਮਾਲਕ ਕੁਦਰਤੀ ਤੌਰ 'ਤੇ ਜੇ ਆਪਾਂ ਮਾਲਕ ਦੀ ਆਰਾਧਨਾ ਕਰੀਏ ਨਾ, ਇਕਾਗਰ ਚਿੱਤ ਹੋ ਕੇ ਨਿੱਤ ਦਾ ਨਿਯਮ ਬਣਾ ਲਈਏ। ਕੋਸ਼ਿਸ਼ ਕਰਕੇ ਦੇਖੋ, ਨਿੱਤ ਦਾ ਨਿਯਮ ਇਕਾਗਰ ਚਿੱਤ ਹੋ ਕੇ ਆਪਾਂ ਕੋਈ ਮਨ ਵਿੱਚ ਫੁਰਨਾ ਕਰ ਲਈਏ ਕਿ ਆਹ ਕਾਰਜ ਸਤਿਗੁਰ ਤੋਂ ਕਰਵਾਉਣਾ ਹੈ, ਤੇ ਨਿਯਮ ਬਣਾ ਕੇ ਆਪਾਂ ਘੰਟਾ 2 ਘੰਟੇ ਵਾਹਿਗੁਰੂ ਦੀ ਆਰਾਧਨਾ ਕਰਨ ਲੱਗ ਜਾਈਏ, ਸ਼ਬਦ ਦਾ ਓਟ ਆਸਰਾ ਲੈ ਕੇ, ਤੇ ਜਿਹੜਾ ਸਾਡਾ ਕਾਰਜ ਹੋਵੇਗਾ ਪੂਰਾ ਹੋਵੇਗਾ। ਪਰ ਗੱਲ ਇਹ ਹੈ, ਨਿੱਤ ਦਾ ਨਿਯਮ ਕੀ ਹੈ? ਨਿੱਤ ਦਾ ਨਿਯਮ ਤੋਂ ਭਾਵ ਕੀ ਹੈ? ਜੇ ਅੱਜ 4 ਵਜੇ ਪ੍ਰਾਰੰਭ ਕੀਤਾ ਤੇ ਕੱਲ੍ਹ ਨੂੰ ਵੀ 4 ਵਜੇ ਪ੍ਰਾਰੰਭ ਹੋਣਾ ਚਾਹੀਦਾ ਹੈ। 1 ਮਿੰਟ ਵੀ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ। ਨਿਯਮ, ਨਿੱਤ ਦਾ ਨਿਯਮ ਤਾਂ ਇਹ ਹੈ ਨਾ ਕਿ ਅੱਜ ਜੇ 4 ਵਜੇ ਹੀ ਦੂਜੇ ਦਿਨ ਪ੍ਰਾਰੰਭ ਕਰਨਾ ਪਵੇਗਾ। ਤੇ ਜਦੋਂ ਆਪਾਂ ਇਸ ਤਰ੍ਹਾਂ ਗੁਰੂ ਸਵਾਰ ਨਿੱਤ ਦਾ ਨਿਯਮ ਨਿਭਾਵਾਂਗੇ ਨਾ, ਫਿਰ ਆਪਣੇ ਆਪ ਹੀ ਮਾਲਕ ਦੇ ਦਰ ਤੋਂ ਸਾਨੂੰ ਖੁਸ਼ੀਆਂ ਮਿਲਣੀਆਂ ਨੇ। ਪਰ ਆਪਾਂ ਕੀ ਕਰਦੇ ਹਾਂ? ਅੱਜ ਆਪਾਂ 4 ਵਜੇ ਨਿਤਨੇਮ ਕਰ ਲਿਆ, ਕੱਲ੍ਹ ਨੂੰ 4:30, ਪਰਸੋਂ ਨੂੰ 5 ਵਜੇ ਕਰ ਲਿਆ, ਤੇ ਚੌਥੇ 6 ਵਜੇ ਕਰ ਲਿਆ। ਕੋਈ ਨਹੀਂ ਨਿਤਨੇਮ ਕਰਨਾ, 5 ਬਾਣੀਆਂ ਪੜ੍ਹਨੀਆਂ, ਕੋਈ ਗੱਲ ਨਹੀਂ, ਅੱਜ ਥੋੜ੍ਹਾ ਅੱਧਾ ਘੰਟਾ ਲੇਟ ਪੜ੍ਹ ਲਵਾਂਗੇ। ਸਾਡੀ ਸੋਚ ਇਹ ਹੁੰਦੀ ਹੈ। ਨਿੱਤ ਦਾ ਨਿਯਮ ਸਮੇਂ ਅਨੁਸਾਰ ਜਿਹੜਾ ਇੱਕ ਵਾਰੀ ਪ੍ਰਾਰੰਭ, ਉਦੋਂ ਹੀ ਉਹ ਆਪਾਂ ਪ੍ਰਾਰੰਭ ਕਰਨਾ ਗੁਰੂ ਸਾਰੇ। ਫਿਰ ਦੇਖੋ ਮਾਲਕ ਦੀ ਕਿਵੇਂ ਖੁਸ਼ੀਆਂ ਮਿਲਦੀਆਂ ਨੇ। ਪਰਮਾਤਮਾ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ, ਕੁਦਰਤੀ ਤੌਰ 'ਤੇ ਹੈ। ਜਿਵੇਂ ਮਹਾਂਪੁਰਖ ਇੱਕ ਸਾਖੀ ਸੁਣਾਉਂਦੇ ਹੁੰਦੇ ਸੀ, ਕਹਿੰਦੇ ਨੇ ਇੱਕ ਪੁਜਾਰੀ, ਕਹਿੰਦੇ ਨੇ ਮੰਦਰ ਵਿੱਚ ਨਿੱਤਾ ਬੱਤੀ ਅੰਮ੍ਰਿਤ ਵੇਲੇ ਉੱਠ ਕੇ ਪੂਜਾ ਕਰਨ ਲਈ ਜਾਂਦਾ। ਇੱਕ ਮਨਮੁੱਖ ਜੀਵ ਵੀ ਜਾਂਦਾ, ਉਹ ਵੀ ਉਸੇ ਸਮੇਂ ਉੱਠਦਾ ਤੇ ਪੁਜਾਰੀ ਵੀ ਇੱਕੋ ਸਮੇਂ ਉੱਠਦਾ।
ਪੰਡਤ ਜਾ ਕੇ ਪੂਜਾ ਕਰਦਾ ਏ ਤੇ ਮਨਮੁਖ ਜੀਵ ਜਾ ਕੇ ਗੁਰੂ ਸਾਹਿਬ ਜਾ ਕੇ ਪੱਥਰ ਮਾਰਦਾ, ਮੂਰਤੀ ਨੂੰ ਪੱਥਰ ਮਾਰਦਾ ਮੰਦਰ ਉੱਤੇ। ਪਰ ਹੈ ਨਿਤ ਨੇ ਦੋਨਾਂ ਦਾ ਨਿਤਨੇਮ ਪੱਕਾ, ਇੱਕੋ ਸਮੇਂ ਆਉਣਾ। ਉਹ ਸਮਾਂ ਬਿਲਕੁਲ ਬੰਨਿਆ ਹੋਇਆ, ਤੇ ਸਮਾਂ ਬੰਨਿਆ ਹੋਇਆ ਇਸ ਤਰ੍ਹਾਂ ਚੱਲਦਾ ਰਿਹਾ। ਤੇ ਪੰਡਤ ਬੜਾ ਦੁਖੀ ਮਨ ਵਿੱਚ ਕਿ ਪੱਥਰ ਮਾਰਦਾ ਤੇ ਇਹ ਮੈਂ ਪੂਜਾ ਕਰਦਾ ਹਾਂ, ਤੇ ਇਹ ਪੰਡਤ ਦੇ ਮਨ 'ਚ ਵਿਚਾਰ ਆ ਰਹੀ ਹੈ। ਪਰ ਉਸ ਕਹਿਣ ਲੱਗਿਆ ਕਿ ਚਲੋ ਇਹਦਾ ਕੰਮ ਪੱਥਰ ਮਾਰਨਾ, ਮੇਰਾ ਕੰਮ ਪੂਜਾ ਕਰਨੀ, ਮੈਂ ਆਪਣੀ ਪੂਜਾ ਕਰੀ ਜਾਂ ਆਪੀ। ਪਰਮਾਤਮਾ ਦੇਖੇਗਾ ਇਹਨੂੰ। ਇੱਕ ਦਿਨ ਕਹਿੰਦੇ ਬੜੀ ਤੇਜ਼ੀ ਦੀ ਵਰਖਾ ਸ਼ੁਰੂ ਹੋ ਗਈ, ਸਰਦੀ ਦੀ ਰੁੱਤ ਸੀ, ਵਰਖਾ ਹੋ ਰਹੀ ਹੈ, ਅੱਤ ਦੀ ਸਰਦੀ, ਠੰਡੀ ਠੰਡੀ ਸੀਤ ਹਵਾ ਚੱਲ ਰਹੀ ਹੈ। ਤੇ ਪੰਡਤ ਜੀ ਆਪਣੇ ਸਮੇਂ ਅਨੁਸਾਰ ਉੱਠੇ। ਜੋ ਦਰਵਾਜ਼ਾ ਖੋਲ੍ਹਿਆ ਕਿ ਬਾਹਰ ਤਾਂ ਬਾਰਿਸ਼ ਹੋ ਰਹੀ ਹੈ, ਬੜੀ ਸਰਦੀ ਹੈ। ਕਹਿਣ ਲੱਗਿਆ ਕੋਈ ਗੱਲ ਨਹੀਂ, ਭਗਵਾਨ ਦੀ ਪੂਜਾ ਕਰਨੀ ਹੈ, ਥੋੜ੍ਹਾ ਲੇਟ ਚਲੇ ਜਾਵਾਂਗੇ, ਬਾਅਦ ਵਿੱਚ ਕਰ ਲਵਾਂਗੇ। ਪਰਖ ਦੀ ਘੜੀ ਸੀ। ਕਹਿੰਦੇ ਨੇ ਜਿਹੜਾ ਉਹ ਪੱਥਰ ਮਾਰਨ ਵਾਲਾ ਸੀ, ਤੇ ਪੱਥਰ ਮਾਰਨ ਵਾਲਾ ਗੁਰੂ ਆਪਣੇ ਸਮੇਂ ਅਨੁਸਾਰ ਉੱਠਿਆ, ਤੇ ਉੱਠ ਕੇ ਉਹ ਵਰਖਾ ਦੇ ਵਿੱਚ ਹੀ ਸਮੇਂ ਉਸ ਥਾਂ 'ਤੇ ਪਹੁੰਚ ਗਿਆ। ਮਨ ਵਿੱਚ ਵਿਚਾਰ ਆਈ ਕਿ ਮਨਾ ਇੰਨਾ ਸਮਾਂ ਹੋ ਗਿਆ ਮੈਨੂੰ ਪੱਥਰ ਮਾਰਦਿਆਂ ਨੂੰ, ਤੇ ਪੰਡਤ ਆਉਂਦਾ ਤੇ ਪੰਡਤ ਆ ਕੇ ਪੂਜਾ ਕਰਦਾ, ਤੇ ਮੈਂ ਪੱਥਰ ਮਾਰਦਾ ਹਾਂ। ਅੱਜ ਕਿਉਂ ਨਾ ਮੈਂ ਪਰਮਾਤਮਾ ਦੀ ਆਰਾਧਨਾ ਕਰਕੇ ਦੇਖਾਂ, ਹੋ ਸਕਦਾ ਮੇਰੇ ਪਿਛਲੇ ਗੁਨਾਹ ਮਾਲਕ ਬਖਸ਼ੇ ਦੇਵੇ। ਤੇ ਹੋਇਆ ਕਿ ਗੁਰੂ ਸਵਾਰੇ ਹੁਣ ਮਨ ਕਰਕੇ ਆਰਾਧਿਆ। ਜਦੋਂ ਮਨ ਕਰਕੇ ਆਰਾਧਿਆ ਤੇ ਪਰਮਾਤਮਾ ਪ੍ਰਗਟ ਹੋ ਗਿਆ। ਕਹਿਣ ਲੱਗਿਆ ਵਰ ਮੰਗ। ਤੇ ਗੁਰੂ ਸਵਾਰਿਓ ਉਹ ਜਿਹੜਾ ਪੱਥਰ ਮਾਰਨ ਵਾਲਾ ਸੀ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਜਿਹਨੂੰ ਆਪਣਾ ਨਿਤ ਦੇ ਨਿਯਮ ਉੱਤੇ ਮਾਣ ਸੀ ਕਿ ਮੈਂ ਨਿਤ ਦਾ ਨਿਯਮ ਨਿਭਾ ਰਿਹਾ ਹਾਂ, ਤੇ ਜਦੋਂ ਬਖਸ਼ਿਸ਼ ਦਾ ਪਾਤਰ ਬਣਨਾ ਸੀ ਤੇ ਉਦੋਂ ਉਸ ਸਮੇਂ ਤੋਂ ਖੁੰਝ ਗਿਆ, ਉਹ ਖਾਲੀ ਰਹਿ ਗਿਆ। ਇਹ ਪਰਮਾਤਮਾ ਦੀਆਂ ਖੇਡਾਂ ਨੇ। ਨਿਯਮ ਨਿਭਾ ਰਿਹਾ ਨਿਤ ਦਾ, ਤੇ ਉਦੋਂ ਇਹ ਸੋਚੋ ਕਿ ਆਪਾਂ ਨਹੀਂ ਨਿਭਾ ਰਹੇ, ਤੇ ਗੁਰੂ ਕਿਰਪਾ ਕਰਕੇ ਸਾਡੇ ਪਾਸੋਂ ਨਿਯਮ ਨਿਭਾ ਰਿਹਾ ਹੈ। ਬਾਣੀ ਪੜ੍ਹ ਰਹੇ ਹਾਂ, ਆਪਾਂ ਨਹੀਂ ਪੜ੍ਹ ਰਹੇ, ਤੇ ਸਤਿਗੁਰੂ ਨੇ ਤਰਸ ਕਰਕੇ ਸਾਡੇ ਪਾਸੋਂ ਸਤਿਗੁਰੂ ਜੀ ਬਾਣੀ ਪੜ੍ਹਾ ਰਹੇ ਹਨ। ਫਿਰ ਦੇਖੋ ਗੁਰੂ ਦੀਆਂ ਕਿਵੇਂ ਖੁਸ਼ੀਆਂ ਮਿਲਦੀਆਂ ਨੇ। ਪਰ ਆਪਾਂ ਕਹਿੰਦੇ ਮੈਂ ਬਾਣੀ ਪੜ੍ਹਦਾ, ਮੈਂ ਸੰਗਤ ਕਰਦਾ, ਮੈਂ ਗੁਰਦੁਆਰੇ ਜਾਂਦਾ, ਮੈਨੂੰ ਤਾਂ ਪਿੱਛੇ ਛੱਡਣਾ ਹੈ, ਮੈਨੂੰ ਪਿੱਛੇ ਤਿਆਗਣਾ ਹੈ। ਜਦੋਂ ਮੈਂ ਪਿੱਛੇ ਤਿਆਗਾਂਗੇ ਫਿਰ ਹੀ ਗੱਲ ਬਣਨੀ ਹੈ। ਇਸ ਕਰਕੇ ਸਮਾਂ ਯਾਦ ਨਹੀਂ ਰਿਹਾ, ਪਾਤਸ਼ਾਹ ਬਚਨ ਕਰਦੇ ਹਨ, ਕਹਿੰਦੇ ਉਸੇ ਪਰਮਾਤਮਾ ਨੇ, ਅਫਰ ਪਰਮਾਤਮਾ ਨੇ ਨਰੋਲ ਕਹਿੰਦੇ ਨੇ ਬ੍ਰਹਮਾ ਵਿਸ਼ਨ ਉਪਾਏ ਮਹੇਸ਼ ਉਪਾਏ, ਇਹ ਤਿੰਨੇ ਦੇਵਤੇ ਪੈਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਪੈਦਾ ਕਰਦੇ। ਸੁੰਨੇ ਵਰਤੇ ਜੁਗ ਸਵਾਏ। ਤੇ ਅਫਰ ਹੀ ਪਰਮਾਤਮਾ ਜਿਹੜਾ ਨਰੋਲ ਹੈ, ਉਹ ਤੋਂ ਹੀ ਕਹਿੰਦੇ ਉਹ ਸਾਰੇ ਯੁੱਗਾਂ ਵਿੱਚ ਜਿੰਨੇ ਵੀ ਯੁੱਗ ਨੇ, ਸਤਿਯੁਗ, ਤ੍ਰੇਤਾ, ਦੁਆਪਰ, ਜੱਗੀ, ਜਿਹੜੇ ਸਾਰੇ ਯੁੱਗ ਨੇ, 4 ਯੁੱਗ, ਇਹਨਾਂ ਦੇ ਵਿੱਚ ਕਹਿੰਦੇ ਉਹ ਵਾਹਿਗੁਰੂ ਆਪ ਹੀ ਵਰਤ ਰਿਹਾ ਹੈ। ਇਸ ਪਦ ਵਿਚਾਰੇ ਸੋ ਜਨ ਪੂਰਾ, ਤਿਸ ਮਿਲੀਐ ਭਰਮ ਚੁਕਾਏ ਦਾ। ਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਸ ਪਾਦ ਵਿਚਾਰ, ਜਿਹੜਾ ਇਸ ਪਾਦ ਨੂੰ ਵਿਚਾਰ ਲੈਂਦਾ, ਸਮੇਂ ਨੂੰ ਕਹਿੰਦੇ ਇਸ ਨੂੰ ਵਿਚਾਰਦਾ, ਕਹਿੰਦੇ ਇਹ ਸਮਝ ਜਾਂਦਾ ਹੈ, ਕਹਿੰਦੇ ਉਹ ਫਿਰ ਜਨ ਪੂਰਾ। ਅਸਲ ਵਿੱਚ ਜਿਹੜੇ ਇਸ ਗੱਲ ਨੂੰ ਸਮਝ ਲੈਂਦਾ ਕਿ ਪਰਮਾਤਮਾ ਨੇ ਆਪਣੇ ਆਪ ਤੋਂ ਹੀ ਸਭ ਕੁਝ ਪੈਦਾ ਕੀਤਾ ਹੈ, ਆਪਣੇ ਤੋਂ ਪੈਦਾ ਕਰਦਾ, ਆਪਣੇ ਵਿੱਚ ਹੀ ਸਮੇਟ ਲੈਂਦਾ ਹੈ। ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਹੈ, ਕਹਿੰਦੇ ਉਹ ਜਨ ਪੂਰਾ ਹੈ। ਤਿਸ ਮਿਲੀ ਹੈ ਭਰਮ ਚੁਕਾਏ, ਉਹਨੂੰ ਫਿਰ ਪਰਮਾਤਮਾ ਮਿਲ ਜਾਂਦਾ ਹੈ। ਉਹਦੇ ਅੰਦਰੋਂ ਫਿਰ ਜਿਹੜਾ ਭਰਮ ਇਤਿਆਦਕ ਹੈ, ਵਾਹਿਗੁਰੂ ਉਹ ਦੂਰ ਕਰ ਦਿੰਦਾ ਹੈ। ਸੁਨੋ ਸਪਤ ਸਰੋਵਰ ਥਾਪੇ, ਜਿਨ ਮਾਇਆ ਜਿਨ ਸਾਜੇ ਵਿਚਾਰੇ ਆਪੇ। ਸੁਨ ਨਰੋਲ ਪਰਮੇਸ਼ਰ ਤੋਂ ਹੀ, ਅਫਰ ਅਵਸਥਾ ਦੇ ਵਿੱਚ ਹੀ ਪਰਮਾਤਮਾ ਨੇ ਸਪਤ ਸਰੋਵਰ, 7 ਸਰੋਵਰ ਕਿਹੜੇ ਨੇ? 5 ਗਿਆਨ ਇੰਦਰੇ,
ਤੇ ਦੂਜਾ ਸਾਡਾ ਮਨ ਤੇ ਬੁੱਧ, ਇਹਦੀ ਗਿਣਤੀ ਹੋ ਗਈ 7। ਕਹਿੰਦੇ ਪਰਮਾਤਮਾ ਨੇ ਹੀ ਇਹ 7 ਸਰੋਵਰ ਗਿਆਨ ਇੰਦਰੇ ਤੇ ਮਨ ਬੁੱਧ ਇਹ ਥਾਪਣਾ ਕੀਤੇ। ਜਿਨ ਸਾਜੇ ਵਿਚਾਰੇ ਆਪੇ, ਜਿਸ ਵਾਹਿਗੁਰੂ ਨੇ ਇਹ ਸਾਜਣਾ ਕੀਤੇ ਉਹ ਵਾਹਿਗੁਰੂ ਆਪ ਹੀ ਵਿਚਾਰ ਕਰਦਾ ਹੈ, ਉਹਨੂੰ ਵੀ ਪਤਾ ਸਭ ਕੁਝ, ਜੀਵ ਨੂੰ ਕੁਝ ਨਹੀਂ ਪਤਾ। ਜੋ ਸਾਡੀ ਕੋਲ ਮਤ ਹੈ, ਬੁੱਧੀ ਹੈ, ਇਹ ਸਾਰੀ ਬੁੱਧੀ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਆਪ ਹੀ ਗੁਰੂ ਸਰ ਸਾਡੇ ਪਾਸੋਂ ਕਾਰਜ ਕਰਾ ਰਿਹਾ ਹੈ। ਕਰਨ ਵਾਲਾ ਉਹ ਹੈ ਤੇ ਸਾਨੂੰ ਇੱਕ ਤਰ੍ਹਾਂ ਮੋਹਰੇ ਕੀਤਾ, ਅੱਗੇ ਕੀਤਾ ਹੋਇਆ ਕਿ ਭਾਈ ਤੂੰ ਇਹ ਫਲਾਣੇ ਜੀਵ ਨੇ ਕੰਮ ਕਰ ਦਿੱਤਾ। ਮਨੁੱਖ ਦੀ ਆਦਤ ਹੈ ਕਿ ਚੰਗਾ ਕੰਮ ਹੋਵੇ ਨਾ, ਜਿਹਦੇ ਰਾਹੀਂ ਪਿੰਡ ਵਿੱਚ, ਮੁਹੱਲੇ ਵਿੱਚ, ਸ਼ਹਿਰ ਵਿੱਚ ਮਨੁੱਖ ਨੂੰ ਮਾਣ ਸਨਮਾਨ ਮਿਲੇ, ਲੋਕ ਵਾਹ ਵਾਹ ਆਖਣ, ਤੇ ਮਨੁੱਖ ਕਹਿੰਦਾ ਕਿ ਇਹ ਕੰਮ ਮੈਂ ਕੀਤਾ ਹੈ, ਜੇ ਮੈਂ ਨਹੀਂ ਹੁੰਦਾ ਤਾਂ ਮੇਰੇ ਤੋਂ ਬਿਨਾਂ ਕੰਮ ਨਹੀਂ ਹੋਣਾ ਸੀ। ਇਹ ਮੈਂ ਫਲਾਣੇ ਨੂੰ ਮਿਲਿਆ, ਫਲਾਣੇ ਕੋਲ ਜਾ ਕੇ ਉਹਦੇ ਪਾਸ ਸਿਫਾਰਿਸ਼ ਕੀਤੀ ਹੈ ਤੇ ਫਿਰ ਮੈਂ ਇਹ ਕੰਮ ਸਿਰੇ ਚਾੜਿਆ। ਬੜੀ ਮਿਹਨਤ ਕਰਨੀ ਪਈ, ਆਪ ਦੱਸਦਾ ਹੁੰਦਾ ਹੈ ਕਿ ਬੜੀ ਮਿਹਨਤ ਕੀ, ਦਿਨ ਰਾਤ ਮੈਂ ਨੱਠ ਭੱਜ ਕੀਤੀ ਹੈ ਤਾਂ ਇਹ ਕੰਮ ਸਿਰੇ ਚੜ੍ਹਿਆ ਹੈ। ਪਰ ਦਸਤੂਰ ਇਹ ਹੈ ਮਨੁੱਖ ਦਾ ਕਿ ਜਦੋਂ ਕੋਈ ਮਾੜਾ ਕੰਮ ਹੋਵੇ ਨਾ, ਜਦੋਂ ਲੋਕਾਂ ਵਿੱਚ ਲਾਹਣਤਾਂ ਮਿਲਣ, ਲੋਕ ਕਹਿਣ ਇਹਨੇ ਬੜਾ ਮਾੜਾ ਕੰਮ ਕੀਤਾ ਹੈ, ਇਹ ਮਨੁੱਖ ਚੰਗਾ ਨਹੀਂ ਹੈ, ਤੇ ਉਦੋਂ ਫਿਰ ਮਨੁੱਖ ਆਖਦਾ ਕਿ ਨਹੀਂ, ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਹੱਦ ਹੋ ਗਈ ਹੈ। ਚੰਗੇ ਕੰਮ ਨੂੰ ਸਿਹਰਾ ਆਪਣੇ ਉੱਤੇ ਲੈ ਲਿਆ ਤੇ ਬੁਰੇ ਕੰਮ ਦੇ ਲਈ ਪਰਮਾਤਮਾ ਨੂੰ ਸਿਹਰਾ ਦੇ ਦਿੱਤਾ। ਤੇ ਪਰਮਾਤਮਾ ਤਾਂ ਗੁਰੂ ਸਰੇ ਹਰ ਇੱਕ ਦਾ ਭਲਾ ਲੋਚਦਾ, ਕਿਸੇ ਦਾ ਮਾੜਾ ਨਹੀਂ ਕਰਦਾ। ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਅਮੀਰ ਹੈ, ਰਾਜਾ ਹੈ, ਭਿਖਾਰੀ ਹੈ, ਕੋਈ ਵੀ ਹੈ, ਚਾਹੇ ਪਸ਼ੂ ਹੈ, ਚਾਹੇ ਪੰਛੀ ਹੈ, ਹਰ ਇੱਕ ਦਾ ਭਲਾ ਲੋਚਦਾ, ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦਾ। ਜੋ ਸਾਨੂੰ ਦੁੱਖ ਸੁੱਖ ਆਉਂਦੇ ਨੇ ਨਾ, ਤੇ ਅਸਲ ਵਿੱਚ ਉਹ ਸਾਡੇ ਆਪਣੇ ਕਰਮ ਨੇ, ਆਪਾਂ ਆਪਣੇ ਕੀਤੇ ਹੋਏ ਕਰਮਾਂ ਨੂੰ ਭੋਗ ਰਹੇ ਹਾਂ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਹਿੰਦੇ ਨੇ ਪਰਮਾਤਮਾ ਜੇ ਦੁੱਖ ਆ ਗਿਆ, ਦੁੱਖ ਵੇਲੇ ਕਹਿੰਦੇ ਪਰਮਾਤਮਾ ਤੇਰੀ ਰਜਾ, ਤੇਰਾ ਇਹ ਭਾਣਾ ਹੈ, ਮਿੱਠਾ ਕਰਕੇ ਮੰਨਦੇ ਨੇ। ਜੇ ਸੁੱਖ ਆ ਗਏ ਆ, ਘਰ ਵਿੱਚ ਖੁਸ਼ੀਆਂ ਖੇੜੇ ਆ ਗਏ ਨੇ, ਚਾਰ ਪਦਾਰਥ ਆ ਗਏ ਨੇ, ਤੇ ਉਹ ਫਿਰ ਪਰਮਾਤਮਾ ਦਾ ਸ਼ੁਕਰ ਕਰਦੇ, ਕਹਿੰਦੇ ਪਰਮਾਤਮਾ ਤੇਰਾ ਸ਼ੁਕਰ ਹੈ ਤੇ ਵਰਤਨ ਲਈ ਮੈਨੂੰ ਇਹ ਦਾਤਾਂ ਦੇਣਾ ਕੀਤੀਆਂ ਨੇ। ਉਹ ਕਦੇ ਨਹੀਂ ਗੁਰੂ ਸਰ ਆਪਣੇ ਉੱਤੇ ਲੈਂਦੇ ਨੇ। ਜੇ ਭਗਤ ਜੀ ਨੇ, ਭਗਤ ਨਾਮਦੇਵ ਸਾਹਿਬਾਨ ਜੀ ਨੇ, ਕਹਿੰਦੇ ਨੇ ਇੱਕ ਬ੍ਰਾਹਮਣ ਦੀ ਜਿਹੜੇ ਇੱਕ ਲੜਕੀ ਦਾ ਪਤੀ ਚੜ੍ਹਾਈ ਕਰ ਗਿਆ, ਉਹ ਲਿਜਾ ਰਹੇ ਨੇ। ਭਗਤ ਜੀ ਨਦੀ ਦੇ ਕਿਨਾਰੇ ਬੈਠੇ ਬੰਦਗੀ ਕਰ ਰਹੇ ਨੇ। ਹੁਣ ਕੁਦਰਤ ਤੌਰ 'ਤੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਪਤਨੀ ਦਾ ਪਤੀ ਚੜ੍ਹਾਈ ਕਰਦਾ, ਪਤੀ ਨੂੰ ਨਾਲ ਸਤੀ ਹੋਣਾ ਪੈਂਦਾ ਸੀ। ਹੁਣ ਨੌਜਵਾਨ ਪਤੀ ਚੜ੍ਹਾਈ ਕੀਤਾ ਤੇ ਪਤਨੀ ਦੇ ਸਾਰੇ ਸ਼ਿੰਗਾਰ ਕੀਤੇ ਗਏ, ਸ਼ਿੰਗਾਰ ਕਰਕੇ ਜਾ ਰਹੇ ਨੇ। ਉਧਰ ਭਗਤ ਨਾਮਦੇਵ ਸਾਹਿਬਾਨ ਜੀ ਬੈਠੇ ਨੇ, ਇਸਤਰੀਆਂ ਨਾਲ ਉਹ ਪਤਨੀ ਵੀ ਜਾ ਰਹੀ ਹੈ, ਲੜਕੀ ਜਾ ਰਹੀ ਹੈ, ਤੇ ਕਹਿਣ ਲੱਗੀਆਂ ਨਾਲ ਦੀਆਂ ਇਸਤਰੀਆਂ ਕਿ ਜਾ ਭਾਗਵਾਨੇ, ਉਹ ਸਾਹਮਣੇ ਬੈਠੇ ਨੇ ਮਹਾਂਪੁਰਖ, ਜਾ ਕੇ ਸਜਦਾ ਕਰ, ਜਾ ਕੇ ਨਮਸਕਾਰ ਕਰ, ਜ਼ਿੰਦਗੀ ਤੇਰੀ ਇੱਥੇ ਸਮਾਪਤ ਹੋ ਜਾਣੀ ਹੈ, ਦੁਬਾਰਾ ਤੈਨੂੰ ਦੀਦਾਰ ਨਹੀਂ ਹੋਣੇ। ਹੁਣ ਮਹਾਂਪੁਰਖ ਪੂਰੇ ਸਨ, ਨਾਮਦੇਵ ਸਾਹਿਬਾਨ ਜੀ ਸਨ। ਕਹਿੰਦੇ ਜਦੋਂ ਜਾ ਕੇ ਸਜਦਾ ਕੀਤਾ ਤੇ ਭਗਤ ਨਾਮਦੇਵ ਦੀ ਰਸਨਾ ਤੋਂ ਨਿਕਲਿਆ ਕਿ ਸਦਾ ਸੁਹਾਗਵੰਤ ਰਹਿ, ਸਦਾ ਸੁਹਾਗਵੰਤ ਰਹਿ। ਜਦੋਂ ਇਸ ਤਰ੍ਹਾਂ ਆਖਿਆ, ਉਹ ਭੁੱਬਾ ਮਾਰ ਕੇ ਰੋਣ ਲੱਗ ਪਈ। ਭਗਤ ਜੀ ਕਹਿਣ ਲੱਗੇ, ਬੀਬਾ ਕੀ ਗੱਲ ਹੋਈ, ਦੱਸ ਬੇਟਾ ਕੀ ਗੱਲ ਹੋਈ ਹੈ, ਰੋਂਦੀ ਕਿਉਂ ਹੈ? ਕਹਿਣ ਲੱਗੀ, ਆ ਸਾਹਮਣੇ ਅਰਥੀ ਜਾ ਰਹੀ ਹੈ, ਇਹ ਅਰਥੀ ਮੇਰੇ ਪਤੀ ਦੀ ਜਾ ਰਹੀ ਹੈ ਤੇ ਮੈਨੂੰ ਨਾਲ ਸਤੀ ਹੋਣਾ ਪਵੇਗਾ। ਤੁਸੀਂ ਕਹਿੰਦੇ ਹੋ ਸਦਾ ਸੁਹਾਗਵੰਤ ਰਹਿ। ਤੇ ਮਾਰ ਕਹਿਣ ਲੱਗੇ, ਤੁਸੀਂ ਹੁਣ ਇਹ ਵਰ ਦੇਣਾ ਕੀਤਾ ਤੇ ਕਿਰਪਾ ਕਰੋ ਮੇਰੇ ਪਤੀ ਨੂੰ ਜੀਂਦਾ ਕਰੋ। ਤੇ ਭਗਤ ਨਾਮ ਦੇ ਦੁਬਦਾ ਵਿੱਚ ਬਹਿ ਕੀ ਕੀਤਾ ਜਾਵੇ। ਕਹਿਣ ਲੱਗੇ, ਬੀਬਾ ਇਹ ਜਿਹੜਾ ਜੰਮਣ ਮਰਨਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ,
ਪਰਮਾਤਮਾ ਨੇ ਹੀ ਜੀਵਾਂ ਨੂੰ ਪੈਦਾ ਕਰਦਾ ਤੇ ਪਰਮਾਤਮਾ ਖਤਮ ਕਰਨ ਵਾਲਾ ਹੈ। ਇਹ ਮੇਰੇ ਵੱਸ ਦੀ ਗੱਲ ਨਹੀਂ ਹੈ। ਜਦੋਂ ਬਾਰ-ਬਾਰ ਮਿੰਨਤਾਂ ਤਰਲੇ ਕਰਨ ਲੱਗੀ ਨਾ ਕਿ ਤੁਸੀਂ ਵਰ ਦੇਣਾ ਕੀਤਾ ਹੈ, ਤੇ ਭਗਤ ਨਾਮਦੇਵ ਸਾਹਿਬਾਨ ਜੀ ਕਹਿਣ ਲੱਗੇ ਜੇ ਪਰਮਾਤਮਾ ਨੂੰ ਭਾਇਆ, ਪਰਮਾਤਮਾ ਮੁਰਦਿਆਂ ਨੂੰ ਜਿਉਂਦਾ ਕਰ ਸਕਦਾ ਤੇ ਜਿਉਂਦਿਆਂ ਨੂੰ ਮੁਰਦਾ ਕਰ ਸਕਦਾ ਹੈ। ਉਹਦੇ ਹੱਥ ਹੈ ਸਾਰੀ ਜੜ। ਜਦੋਂ ਤਾਂ ਚਿਖਾ ਤਿਆਰ ਕੀਤੀ ਗਈ, ਚਿਖਾ ਤਿਆਰ ਕਰਕੇ ਉਹਨੂੰ ਸਾੜਨ ਲੱਗੇ ਤੇ ਪ੍ਰਮਾਤਮਾ ਦੀ ਐਸੀ ਖੇਡ ਵਰਤੀ, ਉਹ ਨੌਜਵਾਨ ਉੱਠ ਕੇ ਬੈਠ ਗਿਆ। ਜ਼ਿੰਦਗੀ ਬਚ ਗਈ, ਜ਼ਿੰਦਗੀ ਬਚੀ। ਦੇਖ ਕੇ ਹੈਰਾਨ ਹੋ ਗਏ ਸਾਰੇ। ਜਿੱਥੇ ਸਤੀ ਹੋਣ ਲੱਗੀ ਸੀ, ਉਹ ਕਹਿਣ ਲੱਗੀ ਨਹੀਂ, ਭਗਤ ਨਾਮਦੇਵ ਸਾਹਿਬਾਨ ਜੀ ਨੇ ਮੇਰੇ ਪਤੀ ਨੂੰ ਜਿਉਂਦਾ ਕੀਤਾ, ਆਪਾਂ ਭਗਤ ਜੀ ਕੋਲ ਚਲੀਏ। ਕਹਿੰਦੇ ਸਾਰੇ ਇਕੱਠੇ ਹੋ ਕੇ ਭਗਤ ਨਾਮਦੇਵ ਸਾਹਿਬਾਨ ਕੋਲ ਆ ਗਏ। ਆ ਕੇ ਨਮਸਕਾਰ ਕੀਤੀ। ਕਹਿਣ ਲੱਗੇ ਭਗਤ ਜੀ ਤੁਹਾਡਾ ਧੰਨਵਾਦ, ਤੁਸੀਂ ਮੇਰੇ ਪਤੀ ਨੂੰ ਜਿਉਂਦਾ ਕਰ ਦਿੱਤਾ। ਤੇ ਭਗਤ ਨਾਮਦੇਵ ਸਾਹਿਬਾਨ ਜੀ ਕਹਿੰਦੇ ਬੀਬਾ ਮੈਂ ਪਹਿਲਾਂ ਵੀ ਆਖਿਆ ਤੇ ਹੁਣ ਵੀ ਆਖਦਾ ਕਿ ਮੈਂ ਨਹੀਂ ਜਿਉਂਦਾ ਕੀਤਾ। ਮਾਰਨ ਵਾਲਾ ਤੇ ਜਿਵਾਲਣ ਵਾਲਾ ਪਰਮਾਤਮਾ ਹੈ, ਤੇ ਪਰਮਾਤਮਾ ਹੀ ਜੀਵਾਂ ਨੂੰ ਸੰਘਾਰ ਕਰਦਾ, ਤੇ ਪਰਮਾਤਮਾ ਪਾਲਣਾ ਪੋਸ਼ਣਾ ਕਰਦਾ, ਤੇ ਪਰਮਾਤਮਾ ਹੀ ਜੀਵਾਂ ਨੂੰ ਪੈਦਾ ਕਰਦਾ ਹੈ। ਮੇਰੇ ਵੱਸ ਦੀ ਗੱਲ ਨਹੀਂ ਹੈ। ਜਦੋਂ ਸਾਰੇ ਭਗਤ ਨਾਮ ਦੀ ਉਸਤਤ ਕਰਨ ਲੱਗੇ, ਵਡਿਆਈ ਕਰਨ ਲੱਗੇ, ਤੇ ਭਗਤ ਜੀ ਕਹਿਣ ਲੱਗੇ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਕਹਿੰਦੇ ਅਸਲ ਜੋ ਰਾਮ ਰਮੰਤੀ ਰਾਮ ਪਰਮੇਸ਼ਰ ਕਰਦਾ ਨਾ, ਉਹੀ ਹੁੰਦਾ ਕਿ ਮੇਰਾ ਕੀਤਾ ਹੋਇਆ ਕੁਝ ਨਹੀਂ ਹੋ ਸਕਦਾ ਹੈ। ਤੇ ਪਰਮਾਤਮਾ ਹੀ ਸਭ ਕੁਝ ਕਰਨ ਵਾਲਾ, ਤੇ ਪ੍ਰਭੂ ਦੇ ਪਿਆਰੇ ਇਸ ਤਰ੍ਹਾਂ ਉਸ ਮਾਲਕ ਦੀ ਰਜਾ ਵਿੱਚ ਰਹਿੰਦੇ ਨੇ। ਤੇ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਹਨ। ਕਹਿੰਦੇ ਨੇ ਦੇਖੋ ਉਸ ਮਾਲਕ ਨੇ ਜਿਨ ਸਾਜੇ ਵਿਚਾਰੇ ਆਪੇ, ਜਿਸ ਮਾਲਕ ਨੇ ਸਾਜਣਾ ਕੀਤਾ ਉਹੀ ਫਿਰ ਕਹਿੰਦੇ ਆਪ ਹੀ ਵਿਚਾਰ ਕਰਦਾ ਹੈ। ਤਿਤ ਸਤਸਰ ਮਨੂਆ ਗੁਰਮੁਖ ਨਾਵੈ, ਫਿਰ ਬਹੁੜ ਜੋਨ ਨਾ ਪਾਏਂਦਾ। ਜਿਹੜੇ ਇਸ ਤਰ੍ਹਾਂ ਕਹਿੰਦੇ ਤਿਤ ਸਤਸਰ, ਸਤਸਰ ਭਾਵ ਜਿਹੜੇ ਇਹ ਸੱਤ ਪੰਜ ਗਿਆਨੇਂਦਰ ਤੇ ਮਨ ਤੇ ਬੁੱਧ ਕਰਕੇ ਸਤ ਸਰੋਵਰ ਵਿੱਚ ਕਹਿੰਦੇ ਜਿਹੜਾ ਜਿਹਦਾ ਮਨ ਨਹਾ ਲੈਂਦਾ, ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰ ਲੈਂਦਾ, ਕਹਿੰਦੇ ਫਿਰ ਉਹ ਗੁਰਮੁਖ ਜਨ ਜਦੋਂ ਨਹਾ ਲੈਂਦੇ ਨੇ ਨਾ, ਫਿਰ ਕਹਿੰਦੇ ਫਿਰ ਬਹੁੜ ਜੋਨ ਨਾ ਪਾਏਂਦਾ, ਉਹ ਜੂਨਾਂ ਵਿੱਚ ਨਹੀਂ ਆਉਂਦੇ। ਭਾਵ ਉਹ ਨਾਮ ਜਲ ਵਿੱਚ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ ਹਨ, ਮਨੁੱਖਾ ਦੇਹੀ ਨੂੰ ਸਫਲਾ ਕਰ ਲੈਂਦੇ ਹਨ, ਸੰਸਾਰ ਵਿੱਚ ਆਉਣ ਸਫਲਾ ਹੁੰਦਾ ਹੈ। ਉਹ ਜੂਨਾਂ ਵਿੱਚ ਨਹੀਂ ਪੈਂਦੇ, ਜੰਮਣ ਮਰਨ ਤੋਂ ਫਿਰ ਉਹ ਰਹਿਤ ਹੋ ਜਾਂਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦੇ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ ਅਗਲੀਆਂ ਪੰਕਤੀਆਂ ਪੜ੍ਹ ਕੇ ਫਤਿਹ।